गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, गुरबाणी गुरु विच जो आपां नूं सतगुरां ने उपदेश बख्शिश कीता है, सानूं समझाउंदे भी जिस मकसद वास्ते सानूं ये मानस दे ही मानस जामा मिले है, जे हुण मानस जामे विच हुंदे होए असीं परमात्मा वाहिगुरू नूं आपदे हिरदे च नहीं वसाउंदे, जे असीं शब्द गुरु की सेवा नहीं करते, नाम दे नाल नहीं जुड़ते, फिर असीं आपदे जीवन का लाहा नहीं खटदे, असीं इथों आपदा जीवन जिहड़ा व्यर्थ खराब करके चले जाते। हुण जिहड़े जीव फिर नहीं सिमरन भगती करते, उन्हां नूं फिर गुरबाणी गुरु विच उन्हां मनां नूं अन्ने आखे भी ये अन्ने जीव अंधले बई तूं संसार दे विच आके की खट्टिया, बई ना दा तूं राम परमात्मा वाहिगुरू नूं हिरदे च वसाया, ना तूं कदे शब्द गुरु की सेवा की, फिर तेरा जीवन तो सारा व्यर्थ ही चलिया। इसी अवस्था दे विच महाराज फरमाउंदे, अंधले क्या पाया जग आई, राम हृदय नहीं गुर की सेवा, चाले मूल गवाई। बई है अंधले जीव तू जग दे विच आके की प्राप्ति की, नादा तू हृदय विच राम नूं वाहिगुरू नूं वसाया, सच नूं, नाद कदे शब्द गुरु की नाम की सेवा की, तेनों जीवन का लाहा की होया, तू तो आपका जीवन व्यर्थ ही खराब कर लिया सर। और ऐसी अवस्था च फिर सानू समझाउंदे भी तुसीं की खट्टिया जग दे विच आके,
ਵੀ ਜਿਹਨੇ ਸਾਡਾ ਰਚਨ ਰਚਿਆ, ਜਿਹਨੇ ਸਾਡੀ ਸਿਰਜਣਾ ਕੀਤੀ, ਜੇ ਅਸੀਂ ਉਹਨੂੰ ਹੀ ਆਪਦੇ ਮਨ 'ਚ ਨਹੀਂ ਵਸਾਇਆ। ਮਹਾਰਾਜ ਇਸ ਲਈ ਆਪਾਂ ਨੂੰ ਰੋਜ਼ ਫਰਮਾਉਂਦੇ, ਇਹ ਸਰੀਰ ਆ ਮੇਰੇ ਆ, ਇਸ ਜਗ में ਆਏ ਕਿ ਕਿਆ ਤੁਧ ਕਰਮ ਕਮਾਇਆ। ਇਹ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ में ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਵੀ ਅਸੀਂ ਸੰਸਾਰ ਜਾ ਕੇ ਖਟਿਆ ਕੀ, ਵੀ ਜਿਹਨੇ ਸਾਡੀ ਸਿਰਜਣਾ ਕੀਤੀ, ਜੇ ਅਸੀਂ ਉਹਦੀ ਆਰਾਧਨਾ ਹੀ ਨਹੀਂ ਕੀਤੀ, ਉਹਨੂੰ ਮਨ 'ਚ ਹੀ ਨਹੀਂ ਵਸਾਇਆ ਪਰਮਾਤਮਾ ਨੂੰ, ਫਿਰ ਅਸੀਂ ਇੱਥੇ ਆ ਕੇ ਲਾਹਾ ਤਾਂ ਖਟਿਆ ਨੂੰ। ਆਈਓ ਫਿਰ ਸਾਨੂੰ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਖੱਟਣ ਵਾਸਤੇ ਹੋਰ ਕੁਛ ਨਹੀਂ, ਵੀ ਜਿਹੜਾ ਅਸੀਂ ਇੱਥੋਂ ਨਾਲ ਲੈ ਜਾ ਸਕੀਏ। ਸਿਰਫ ਇੱਥੇ ਲਾਹਾ ਇੱਕੋ ਹੀ ਹੈ, ਨਾਮ ਧਨ ਦੀ ਕਮਾਈ ਕਰਨੀ। ਮਹਾਰਾਜ ਫਰਮਾਉਂਦੇ, ਜਗ ਮੇ ਲਾਹਾ ਇੱਕ ਨਾਮ। ਇਹ ਜਗ ਦੇ ਵਿੱਚ ਲਾਹਾ ਕੀ ਹੈ? ਇੱਕ ਨਾਮ, ਪਰਮਾਤਮਾ। ਹੁਣ ਜੇ ਅਸੀਂ ਉਹ ਨਾਮ ਦੇ ਨਾਲ ਜੁੜੇ ਹੀ ਨਹੀਂ, ਨਾਮ ਧਨ ਖਟਿਆ ਹੀ ਨਹੀਂ, ਤੇ ਫਿਰ ਕੀ ਖਟਿਆ ਕੀ? ਜਿਹੜੀ ਖਟੀ ਅਸੀਂ ਇੱਧਰ ਖਟੀ, ਸੰਸਾਰ ਦਾ ਜਿਹੜਾ ਅਸੀਂ ਇਕੱਠਾ ਕੀਤਾ, ਇਹ ਤਾਂ ਸਾਰਾ ਕੁਛ ਇੱਥੇ ਦਾ ਇੱਥੇ ਹੀ ਰਹਿ ਜਾਣਾ। ਇਹ ਤਾਂ ਇੱਥੋਂ ਕੁਝ ਵੀ ਸਾਡੇ ਨਾਲ ਨਹੀਂ ਜਾਂਦਾ, ਅਸੀਂ ਕੁਝ ਵੀ ਇੱਥੋਂ ਲਿਜਾ ਨਹੀਂ ਸਕਦੇ। ਸਾਰਾ ਕੁਛ ਇੱਥੇ ਦਾ ਇੱਥੇ ਹੀ ਰਹਿ ਜਾਂਦਾ, ਧਰੇ ਦਾ ਧਰੇ ਹੀ ਰਹਿ ਜਾਂਦਾ। ਇਹ ਤਾਂ ਜਦ ਤੱਕ ਸਾਡੇ ਸਵਾਸ ਨੇ ਉਹਨਾਂ ਸਮਾਂ ਅਸੀਂ ਚਲੋ ਇਹਨੂੰ ਵਰਤ ਸਕਦੇ ਹਾਂ। ਜਦੋਂ ਸਾਡੇ ਸਵਾਸ ਖਤਮ ਹੋ ਗਏ, ਇਹ ਸਰੀਰ ਵੀ ਇੱਥੇ ਹੀ ਰਹਿ ਜਾਣਾ, ਅਤੇ ਇਹਦੇ ਨਾਲ ਇਕੱਠਾ ਕੀਤਾ ਹੋਇਆ ਸਾਜੋ ਸਮਾਨ ਇਹ ਵੀ ਸਾਰਾ ਇੱਥੇ ਦਾ ਇੱਥੇ ਹੀ ਰਹਿ ਜਾਣਾ। ਮਹਾਰਾਜ ਇਸ ਲਈ ਫਰਮਾਉਂਦੇ, ਸਾਸ ਗਏ ਕਾਇਆ ਢਲ ਪਾਏ, ਤਾਂ ਕਿ ਪਾਛੇ ਕਿਛ ਨਾ ਖਾਏ। ਵੀ ਜਦੋਂ ਸਵਾਸ ਖਤਮ ਹੋ ਗਏ, ਫਿਰ ਨਹੀਂ ਇਹ ਖਾਣਾ ਅਸੀਂ ਜਿਹੜਾ ਇਕੱਠਾ ਕਰਨ ਲੱਗੇ, ਫਿਰ ਨਹੀਂ ਇਹਨੂੰ ਵਰਤ ਸਕਦੇ। ਸਤਿਗੁਰੂ ਕਹਿੰਦੇ, ਫਿਰ ਤੁਸੀਂ ਮਾਣ ਕਾਹਦਾ ਕਰਦੇ ਹੋ? ਜਿਵੇਂ ਸੰਸਾਰੀ ਜੀਵ ਬੜਾ ਮਾਣ ਕਰਦਾ ਧਨ ਦਾ, ਵੀ ਮੇਰੇ ਕੋਲ ਇੰਨਾ ਧਨ ਹੈ ਜੀ ਇਕੱਠਾ ਕੀਤਾ ਹੋਇਆ, ਮੇਰੇ ਕੋਲ ਇੰਨੀ ਜ਼ਮੀਨ ਜਾਇਦਾਦ ਮੈਂ ਇਕੱਠੀ ਕੀਤੀ ਹੈ, ਐਡਾ ਵੱਡਾ ਮੈਂ ਘਰ ਬਣਾਇਆ, ਮਕਾਨ ਬਣਾਇਆ, ਉਹਦੀ ਹਉਮੈ ਕਰਦਾ, ਹੰਕਾਰ ਕਰਦਾ। ਮਹਾਰਾਜ ਫਿਰ ਇਹਨੂੰ ਮੂਰਖ ਕਹਿੰਦੇ, ਵੀ ਮੂਰਖ ਜੀਵ ਤੂੰ ਕਾਹਦਾ ਹੰਕਾਰ ਕਰਦਾ? ਵੀ ਇਹ ਜਿਹੜਾ ਤੂੰ ਇਕੱਠਾ ਕਰਨ ਲੱਗਿਆ ਹੋਇਆ, ਇਹ ਤਾਂ ਤੇਰੇ ਨਾਲ ਨਹੀਂ ਜਾਣ। ਬਈ ਇਕੱਠਾ ਦਾ ਤਾਂ ਕਰ, ਬਈ ਮੈਂ ਇੱਥੇ ਇਕੱਠਾ ਕਰਕੇ ਰੱਖ ਜਾਨਾ, ਬਈ ਜੇ ਦੁਬਾਰਾ ਫਿਰ ਆਉਂਦੇ ਆ ਕੇ ਫਿਰ ਵਰਤ। ਅਤੇ ਇਹ ਵੀ ਨਹੀਂ ਬਈ ਅਸੀਂ ਇੱਥੇ ਸਦਾ ਰਹਿਣਾ, ਘਰ ਸਾਨੂੰ ਛੱਡਣਾ ਪੈਣਾ, ਇਹ ਸਰੀਰ ਸਾਨੂੰ ਖਾਲੀ ਕਰਨਾ ਪੈਣਾ। ਘਰ ਛੱਡਣੇ ਤੋਂ ਬਿਨਾਂ ਕੋਈ ਰਹਿ ਨਹੀਂ ਸਕਦਾ, ਸਭ ਨੂੰ ਛੱਡਣਾ ਪੈਂਦਾ। ਫਿਰ ਮਹਾਰਾਜ ਕਹਿੰਦੇ ਵੀ ਕਾਹਦੇ ਲਈ ਇੰਨਾ ਤੁਸੀਂ ਦੌੜਦੇ ਹੋ? ਵੀ ਦੌੜੋ ਤਾਂ ਵੀ ਹੁਣ ਅਸੀਂ ਇਕੱਠਾ ਕਰਕੇ ਰੱਖੀ ਜਾਂਦੇ, ਫਿਰ ਆਵਾਂਗੇ ਦੁਬਾਰਾ ਵਾਪਸ ਆ ਕੇ ਫਿਰ ਵਰਤ ਲਾਂਗੇ ਜਿਹੜਾ ਇਕੱਠਾ ਕੀਤਾ ਹੋਇਆ, ਜਦੋਂ ਦੁਬਾਰਾ ਆਉਣਾ ਮੈਨੂੰ। ਫਿਰ ਇਸੀ ਅਵਸਥਾ 'ਚ ਮਹਾਰਾਜ ਕਹਿੰਦੇ, ਮੂਰਖ ਮਨ ਕਾਹੇ ਕਰ ਸੇ ਮਾਣਾ, ਉੱਠ ਚੱਲਣਾ ਖਸਮੇ ਭਾਣਾ। ਤਾਜ ਸਾਧ ਸਹਿ ਸੁਖ ਹੋਈ, ਘਰ ਛੱਡਣੇ ਬਿਨ ਰਹੇ ਨਾ ਕੋਈ। ਕਿਛ ਖਾ ਜਾਈਏ ਕਿਛ ਧਰ ਜਾਈਏ, ਜੇ ਬੌਰ ਦੁਨੀਆ ਆਈਏ। ਵੀ ਜੇ ਤਾਂ ਦੁਬਾਰਾ ਆਉਣਾ ਹੋਵੇ, ਫਿਰ ਤਾਂ ਦਿਨ ਰਾਤ ਲੱਗੇ ਰਹੋ ਇਕੱਠਾ ਕਰਨ, ਵੀ ਕਰੀ ਜਾਂਦੇ ਹਾਂ ਜੀ ਇਕੱਠਾ, ਫਿਰ ਆਵਾਂਗੇ ਆ ਕੇ ਫਿਰ ਵਰਤ ਲਾਂਗੇ। ਜਦੋਂ ਦੁਬਾਰਾ ਆਉਣਾ ਨਹੀਂ ਵਾਪਸ, ਅਤੇ ਜੇ ਆ ਵੀ ਗਏ ਸਾਨੂੰ ਪਿਛੋਕੜ ਭੁੱਲ ਜਾਂਦੇ, ਸਾਨੂੰ ਯਾਦ ਨਹੀਂ ਰਹਿੰਦਾ ਵੀ ਅਸੀਂ ਕਿੱਥੋਂ ਆਏ ਹਾਂ, ਸਾਡਾ ਪਿਛੋਕੜ ਕੀ ਹੈ। ਜਿਵੇਂ ਆਪਾਂ ਨੂੰ ਹੁਣ ਨਹੀਂ ਪਤਾ ਵੀ ਇਸ ਤੋਂ ਪਹਿਲਾਂ ਸਾਡਾ ਜੀਵਨ ਕਿੱਥੇ ਸੀ, ਅਸੀਂ ਕੌਣ ਆ, ਕਿੱਥੋਂ ਆਏ। ਜਦੋਂ ਅੱਗੇ ਚਲੇ ਜਾਵਾਂਗੇ ਸਾਨੂੰ ਆਪ ਭੁੱਲ ਜਾਣਾ ਵੀ ਅਸੀਂ ਕੌਣ ਸੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਅਸੀਂ ਆ ਕੇ
ਖੱਟਣਾ ਨਾਮ ਧਨ। ਅਸੀਂ ਉਹ ਕਮਾਈ ਕਰਨੀ ਵੀ ਜਿਹੜੀ ਸਾਡੇ ਨਾਲ ਜਾਵੇ ਅੱਗੇ, ਜਿਹਨੂੰ ਅਸੀਂ ਨਾਲ ਲਿਜਾ ਸਕੀਏ। ਫਿਰ ਉਹ ਕਮਾਈ ਹੈ ਨਾਮ ਧਨ ਦੀ, ਜਿਹਨੇ ਸਾਨੂੰ ਇੱਥੇ ਵੀ ਸੁੱਖ ਦੇਣਾ। ਜਦੋਂ ਅਸੀਂ ਦੇਹ ਛੱਡਾਂਗੇ ਉਹ ਧਨ ਨੇ ਉੱਥੇ ਵੀ ਸਾਡੇ ਨਾਲ ਜਾਣਾ। ਹੁਣ ਮਹਾਰਾਜ ਇਸ ਲਈ ਸਾਨੂੰ ਸਮਝਾਉਂਦੇ ਵੀ ਇਹ ਉਹ ਧਨ ਹੈ ਜਿਹਨੂੰ ਕੋਈ ਤਸਕਰ ਚੋਰ ਚੋਰੀ ਨਹੀਂ ਕਰ ਸਕਦਾ, ਜਿਹੜਾ ਸਾਡੇ ਨਾਲ ਕੋਈ ਵੰਡਾ ਨਹੀਂ ਸਕਦਾ। ਸੰਸਾਰੀ ਧਨ ਤਾਂ ਉਹਦੇ ਹਿੱਸੇ ਵੰਡਾ ਲੈਂਦੇ, ਆਪਾਂ ਦੇਖਦੇ ਹਾਂ ਵੀ ਚੋਰ ਚੋਰੀ ਵੀ ਕਰ ਲੈਂਦੇ। ਹੁਣ ਇਹ ਜਿਹੜਾ ਨਾਮ ਧਨ ਜਿਹੜੀ ਅਸੀਂ ਇਹ ਕਮਾਈ ਕਰਦੇ, ਸਾਡੀ ਨਿੱਜੀ ਹੈ, ਇਹ ਸਾਡੇ ਨਾਲ ਕੋਈ ਵੰਡਾ ਨਹੀਂ ਸਕਦਾ, ਇਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ। ਮਹਾਰਾਜ ਫਰਮਾਉਂਦੇ ਇਸ ਧਨ ਕੋ ਜਮ ਜੋਹ ਨਾ ਸਕੇ, ਨਾ ਤਸਕਰ ਲਈ ਜਾਏ। ਇਹੋ ਹਰ ਧਨ ਜੀਏ ਸੇ ਧੀ ਰਵ ਰਿਹਾ, ਜੀਏ ਨਾਲੇ ਜਾਏ। ਵੀ ਇਹ ਨਾਲ ਜੰਤ, ਹੋਰ ਕੁਝ ਵੀ ਨਹੀਂ ਨਾਲ ਜਾਂਦਾ, ਸਭ ਇੱਥੇ ਦਾ ਇੱਥੇ ਹੀ ਰਹਿ ਜਾਂਦੇ। ਸਾਕ ਸੰਬੰਧੀ, ਪਰਿਵਾਰ, ਰਿਸ਼ਤੇਦਾਰ, ਦੋਸਤ ਮਿੱਤਰ, ਧੀਆਂ ਪੁੱਤਰ, ਭੈਣ ਭਰਾ, ਸਭ ਇੱਥੇ ਦੇ ਇੱਥੇ ਹੀ ਰਹਿ ਜਾਂਦੇ ਸੀ। ਹੁਣ ਜਿਹਨੇ ਅੱਗੇ ਨਾਲ ਜਾਣਾ ਉਹ ਹੈ ਨਾਮ ਧਨ। ਹੁਣ ਤਾਈਓ ਸਾਨੂੰ ਸਮਝਾਉਂਦੇ ਵੀ ਇਹ ਧਨ ਦੀ ਪ੍ਰਾਪਤੀ ਕਰੋ, ਤਾਂ ਕਿ ਜਦੋਂ ਅਸੀਂ ਇੱਥੋਂ ਜਾਣਾ ਕਮਾਈ ਕੀਤੀ ਹੋਏਗੀ, ਸਾਡੇ ਪੱਲੇ ਧਨ ਹੋਏਗਾ ਤੇ ਸਾਨੂੰ ਅੱਗੇ ਸੁੱਖ ਹੈ। ਮਹਾਰਾਜ ਫਰਮਾਉਂਦੇ ਸਤਿਗੁਰ ਸੇਵ ਖਰਚ ਹਰ ਬੰਧੋ, ਮਤ ਜਾਣੋ ਆਜ ਕੀ ਕਾਲੀ। ਬਈ ਹੁਣ ਅਸੀਂ ਖਰਚ ਪੱਲੇ ਨਾਲ ਬੰਨ੍ਹਿਆ ਹੋਏਗਾ, ਕਮਾਈ ਕੀਤੀ ਹੋਏਗੀ, ਤਿਆਰੀ ਕੀਤੀ ਹੋਏਗੀ, ਤੇ ਸਾਨੂੰ ਕੋਈ ਦੁੱਖ ਨਹੀਂ ਹੋਏਗਾ। ਜਦੋਂ ਮਰਜ਼ੀ ਸਾਨੂੰ ਬੁਲਾ ਲੈਣ, ਫਿਰ ਅਸੀਂ ਖੁਸ਼ੀ ਖੁਸ਼ੀ ਆਪਦੇ ਘਰ ਜਾਵਾਂਗੇ, ਕਿਉਂਕਿ ਪਤਾ ਵੀ ਕਮਾਈ ਕੀਤੀ ਹੋਈ। ਜੇ ਹੁਣ ਪੱਲੇ ਧਨ ਹੀ ਨਹੀਂ, ਕਮਾਈ ਕੀਤੀ ਨਹੀਂ, ਤੇ ਅੱਗੇ ਪਤਾ ਨਹੀਂ ਜਾਣਾ ਕਿੱਥੇ ਹੈ, ਕਿਉਂਕਿ ਸਰੀਰ ਤਾਂ ਛੱਡਣਾ ਹੀ ਪੈਣਾ, ਦੇਹ ਤਾਂ ਸਾਨੂੰ ਛੱਡਣੀ ਪੈਣੀ। ਇਹ ਤਾਂ ਚਾਹੇ ਕੋਈ ਰਾਜਾ ਹੈ, ਕੋਈ ਰੰਕ ਹੈ, ਮੌਤ ਸਭ ਨੂੰ ਆਉਂਦੀ ਹੈ, ਸਭ ਨੇ ਇੱਥੋਂ ਜਾਣਾ। ਜੋ ਵੀ ਆਇਆ ਸਭ ਨੂੰ ਜਾਣਾ ਪੈਂਦਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਸਭ ਦੀ ਵਾਰੀ ਆਉਣੀ। ਹੁਣ ਮਹਾਰਾਜ ਕਹਿੰਦੇ ਵੀ ਇਹ ਤਾਂ ਪੱਕਾ ਹੈ ਵੀ ਸੰਸਾਰ ਦੇ ਵਿੱਚ ਜਿਵੇਂ ਅਸੀਂ ਬਹੁਤ ਕੁਝ ਸੋਚਦੇ ਹਾਂ, ਅਸੀਂ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਚੱਲਦੇ ਹਾਂ, ਉਹ ਤਾਂ ਆਸ਼ਾਵਾਂ ਸਾਡੀਆਂ ਪਤਾ ਨਹੀਂ ਪੂਰੀਆਂ ਹੋਣ ਕਿ ਨਾ ਹੋਣ, ਪਰ ਇੱਕ ਗੱਲ ਤਾਂ ਪੱਕੀ ਹੈ ਵੀ ਅਸੀਂ ਇੱਥੋਂ ਜਾਣਾ ਹੈ, ਮੌਤ ਤਾਂ ਸਾਨੂੰ ਆਉਣੀ ਆਉਣੀ। ਸਾਡਾ ਜਿਹੜਾ ਸਮਾਂ ਉਹ ਖਤਮ ਹੋਣਾ ਹੀ ਹੋਣਾ, ਤੇ ਸਾਨੂੰ ਇੱਥੋਂ ਜਾਣਾ ਹੀ ਪੈਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਪਤਾ ਹੈ ਵੀ ਜਾਣਾ ਹੈ, ਜਦੋਂ ਆਪਦਾ ਕੀਤਾ ਹੋਏ ਅਸੀਂ ਅੱਗੇ ਪਾਉਣਾ ਹੈ, ਤੇ ਫਿਰ ਐਸੀ ਘਾਲਣਾ ਨਾ ਘਾਲੋ ਬਈ ਜਿਹਦੇ ਕਰਕੇ ਸਾਨੂੰ ਅੱਗੇ ਸਜ਼ਾ ਮਿਲਦੀ। ਫਰਮਾਉਂਦੇ ਜਦ ਕੀਤਾ ਪਾਈਏ ਆਪਣਾ, ਘਾਲ ਬੁਰੀ ਕਿਉਂ ਘਾਲੀਏ। ਬਈ ਜਦੋਂ ਪਤਾ ਆਪਦਾ ਕੀਤਾ ਹੀ ਪਾਉਣਾ ਹੈ, ਕਿਉਂਕਿ ਸਾਡਾ ਸਰੀਰ ਹੈ ਜਿਹੜਾ, ਇਹਨੂੰ ਖੇਤ ਕਹਿੰਦੇ, ਕਰਮਾਂ ਰੂਪੀ ਖੇਤ ਹੈ। ਜੋ ਅਸੀਂ ਇਹਦੇ ਵਿੱਚ ਬੀਜਾਂਗੇ ਉਹੀਓ ਸਾਨੂੰ ਅੰਤ ਸਮੇਂ ਵੱਢਣਾ ਪੈਂਦਾ। ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਏ। ਵੀ ਜੋ ਅਸੀਂ ਇਹਦੇ ਵਿੱਚ ਬੀਜਣਾ ਹੈ ਉਹੀਓ ਸਾਨੂੰ ਵੱਢਣਾ ਪੈਣਾ ਹੈ। ਹੁਣ ਇਹ ਨਹੀਂ ਬਈ ਅਸੀਂ ਬੀਜੀਏ ਬਿੱਖ ਤੇ ਆਖੀਏ ਵੀ ਸਾਨੂੰ ਅੰਮ੍ਰਿਤ ਮਿਲੇ, ਇਹ ਤਾਂ ਹੋਣਾ ਨਹੀਂ। ਜੋ ਬੀਜਿਆ ਉਹੀਓ ਵੱਢਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਹੁਣ ਜਿਹੜਾ ਮਨਮੁਖ ਹੈ ਉਹ ਕੀ ਬੀਜਦਾ ਇਹਦੇ ਵਿੱਚ। ਸਤਿਗੁਰੂ ਕਹਿੰਦੇ ਵੀ ਮਨਮੁਖ ਹੈ ਜਿਹੜਾ, ਉਹ ਦੁੱਖਾਂ ਦਾ ਖੇਤ ਹੈ। ਵੀ ਉਹ ਦੁੱਖ ਹੀ ਬੀਜਦਾ, ਦੁੱਖ ਹੀ ਉਹਨੂੰ ਅੰਤ ਸਮੇਂ ਵੱਢਣਾ ਪੈਂਦਾ, ਅਤੇ ਉਹਦਾ ਸਾਰਾ ਜੀਵਨ ਦੁੱਖਾਂ 'ਚ ਹੀ ਲੰਘ ਜਾਂਦਾ, ਉਹਨੂੰ ਕਦੇ ਆਤਮਿਕ ਸੁੱਖ ਮਿਲਦਾ ਹੀ ਨਹੀਂ।
ਰਮਾਉਂਦੇ ਨੇ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਬਈ ਮਨਮੁਖ ਤਾਂ ਦੁੱਖਾਂ ਦਾ ਖੇਤ ਹੈ, ਅਤੇ ਹੁਣ ਉਹ ਦੁੱਖ ਬੀਜਦਾ ਕਿਵੇਂ? ਹੁਣ ਅਸੀਂ ਕਿਵੇਂ ਦੁੱਖ ਬੀਜਦੇ ਹਾਂ ਅਤੇ ਕਿਵੇਂ ਅਸੀਂ ਸੁਖੀ ਹੋ ਸਕਦੇ ਹਾਂ, ਉਹਦੇ ਵਾਸਤੇ ਜਿਹੜੇ ਅਸੀਂ ਸਤ ਸੰਗਤ ਕਰਦੇ ਹਾਂ ਅਤੇ ਗੁਰੂ ਦੀ ਮੱਤ ਲੈਂਦੀ। ਹੁਣ ਜੀਵ ਮਨਮੁਖ ਜਿਹੜਾ ਦੁੱਖਾਂ ਦਾ ਕਿਵੇਂ ਖੇਤ ਹੈ ਅਤੇ ਕਿਵੇਂ ਉਹ ਦੁੱਖ ਬੀਜਦਾ। ਹੁਣ ਉਹਦਾ ਦੁੱਖ ਬੀਜਣਾ ਹੈ, ਕਿਸੇ ਨਾਲ ਦੁਵਿਧਾ ਕਰ ਲਈ, ਕਿਸੇ ਨਾਲ ਵੈਰ ਵਿਰੋਧ ਕਰ ਲਿਆ, ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀਆਂ ਚੁਗਲੀਆਂ ਕਰ ਲਈਆਂ, ਕਿਸੇ ਦੇ ਔਗਣ ਫਰੋਲ ਲਏ। ਉਹ ਇਹ ਸਾਰਾ ਕੁਛ ਕਰਦਾ। ਜਦੋਂ ਇਹ ਸਾਰਾ ਕੁਛ ਕਰਦਾ, ਉਹ ਫਿਰ ਇਹ ਦੁੱਖ ਬੀਜਦਾ। ਅਸੀਂ ਜੇ ਆਖੀਏ ਵੀ ਕਿਸੇ ਦੀ ਨਿੰਦਿਆ ਕਰਕੇ ਅਸੀਂ ਉਹ ਸੁੱਖ ਦਾ ਬੀਜ ਬੋ ਰਹੇ ਹਾਂ ਵੀ ਜਾਂ ਸਾਨੂੰ ਉਹਦਾ ਸੁੱਖ ਮਿਲੇਗਾ, ਮਹਾਰਾਜ ਨੇ ਸਾਨੂੰ ਸਪਸ਼ਟ ਕਰ ਦਿੱਤਾ ਵੀ ਨਿੰਦਾ ਕਿਸੇ ਦੀ ਨਹੀਂ, ਭਲੀ ਸਭ ਦੀ ਮਾੜੀ ਹੈ। ਜਿਹੜਾ ਵੀ ਜੀਵ ਕਰਦਾ ਉਹਨੂੰ ਮਨਮੁਖ ਕਹਿੰਦੇ, ਮੂਰਖ ਕਹਿੰਦੇ। ਵੀ ਇਹ ਹੁਣ ਦੁੱਖ ਬੀਜ ਰਿਹਾ, ਇਹਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਇਹਨੇ ਦੁੱਖ ਬੀਜਿਆ ਇਹਦੀ ਇਹਨੂੰ ਸਜ਼ਾ ਕਿੰਨੀ ਸਖਤ ਮਿਲਣੀ ਹੈ। ਮਹਾਰਾਜ ਇਸ ਲਈ ਫਰਮਾਉਂਦੇ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ ਨਰਕੇ ਘੋਰ ਪਵਨ। ਬਈ ਨਿੰਦਾ ਜਿਹੜੀ ਉਹ ਕਿਸੇ ਦੀ ਨਹੀਂ, ਭਲੀ ਸਭ ਦੀ ਮਾੜੀ। ਜਿਹੜੇ ਕਰਦੇ ਮਹਾਰਾਜ ਕਹਿੰਦੇ ਮਨਮੁਖ ਨੇ, ਮੂਰਖ ਨੇ। ਇਹ ਮੂਰਖ ਜਿਹੜੇ ਹੁਣ ਇਹ ਦੁੱਖ ਬੀਜ ਰਹੇ, ਅਤੇ ਇਹਨਾਂ ਦਾ ਇਹਨੂੰ ਸਜ਼ਾ ਕੀ ਮਿਲਣੀ? ਇਹਨਾਂ ਦਾ ਮੂੰਹ ਕਾਲਾ ਕਰਕੇ ਇਹਨੂੰ ਨਰਕਾਂ ਸੁੱਟਿਆ ਜਾਣਾ। ਹੁਣ ਇਹ ਦੁੱਖ ਬੀਜਣਾ। ਹੁਣ ਮਹਾਰਾਜ ਫਿਰ ਸਾਨੂੰ ਇਸ ਲਈ ਸਮਝਾਉਂਦੇ ਵੀ ਜੇ ਤੁਸੀਂ ਆਪਦੇ ਆਪ ਨੂੰ ਸਿਆਣੇ ਸਮਝਦੇ, ਫਿਰ ਤੁਸੀਂ ਆਪਦੇ ਕਾਲੇ ਲੇਖ ਨਾ ਲਿਖੋ। ਵੀ ਐਸੇ ਲੇਖ, ਐਸੇ ਬੀਜ ਨਾ ਬੋਵੋ ਜਿਹੜਾ ਕਰਕੇ ਤੁਹਾਨੂੰ ਅੱਗੇ ਜਾ ਕੇ ਸਜ਼ਾ ਮਿਲੇ। ਰਮਾਉਂਦੇ ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਆਪਣੇ ਗਿਰੇਵਾਨ ਮੈਂ ਸਿਰ ਨੀਵਾਂ ਕਰ ਦੇਖ। ਵੀ ਤੂੰ ਕਾਲੇ ਲੇਖ ਨਾ ਲਿਖ। ਜਿਵੇਂ ਆਮ ਜੀਵ ਤਾਂ ਜਿਹਨੇ ਨਹੀਂ ਗੁਰੂ ਦੀ ਮੱਤ ਲਈ, ਉਹ ਤਾਂ ਰੱਬ ਨੂੰ ਦੋਸ਼ ਦਿੰਦਾ ਵੀ ਰੱਬ ਨੇ ਸਾਡੇ ਲੇਖ ਮਾੜੇ ਲਿਖਤੇ ਜੀ, ਸਾਡੇ ਕਰਮ ਮਾੜੇ ਨੇ। ਸਾਨੂੰ ਪਤਾ ਨਹੀਂ ਰੱਬ ਨੇ ਕਿਹੜੇ ਕਰਮਾਂ ਦੀ ਸਜ਼ਾ ਦਿੱਤੀ। ਸਾਨੂੰ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਵੀ ਤੁਸੀਂ ਆਪਦੇ ਰਚੇਤਾ ਆਪ ਹੀ ਹੋ, ਤੁਸੀਂ ਆਪ ਹੀ ਕਰਮ ਲਿਖਦੇ ਹੋ ਆਪਦੇ। ਸਾਡਾ ਮਾਤਾ ਪਿਤਾ ਵਾਹਿਗੁਰੂ ਇੰਨਾ ਦਿਆਲੂ ਕਿਰਪਾਲੂ ਹੈ, ਉਹਨੇ ਆਪਾਂ ਨੂੰ ਫੱਟੀ ਦੇ ਕੇ, ਕਲਮ ਦੇ ਕੇ, ਉਹਨੇ ਆਪਾਂ ਨੂੰ ਕਹਿ ਦਿੱਤਾ ਵੀ ਤੁਸੀਂ ਆਪ ਲਿਖਣਾ। ਜੋ ਤੁਸੀਂ ਆਪ ਲਿਖੋਗੇ ਉਹਦੇ ਮੁਤਾਬਕ ਤੁਹਾਡਾ ਫੈਸਲਾ ਸੁਣਾ ਦਿਆਂਗੇ। ਸਾਨੂੰ ਇਸ ਲਈ ਫਰਮਾਉਂਦੇ, ਆਪੇ ਪੱਟੀ ਕਲਮ ਆਪ ਉੱਪਰ ਲਿਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਬਈ ਮਾਲਕ ਨੇ ਸਾਨੂੰ ਫੱਟੀ ਦਿੱਤੀ, ਕਲਮ ਦਿੱਤੀ, ਅਤੇ ਅਸੀਂ ਆਪ ਲਿਖ। ਇਹ ਨਾਲ ਹੀ ਸਾਨੂੰ ਫਿਰ ਇਹ ਸੋਝੀ ਦਿੰਦੇ ਵੀ ਜੇ ਤੁਸੀਂ ਆਪਦੇ ਆਪ ਨੂੰ ਸਿਆਣੇ ਸਮਝਦੇ ਤਾਂ ਕਾਲੇ ਲੇਖ ਨਾ ਲਿਖ ਲਈ। ਕਹਿੰਦੇ ਤੁਸੀਂ ਆਪਦੇ ਖਿਲਾਫ ਹੀ ਨਾ ਲਿਖੀ ਜਾਇਓ ਵੀ ਜਿਹਦੇ ਕਰਕੇ ਤੁਹਾਨੂੰ ਸਜ਼ਾ ਮਿਲੇ। ਹੁਣ ਅਸੀਂ ਕਦੋਂ ਸਜ਼ਾ ਦੇ ਹੱਕਦਾਰ ਬਣ ਜਾਂਦੇ? ਜਦੋਂ ਅਸੀਂ ਨਹੀਂ ਗੁਰੂ ਦੀ ਮੱਤ ਲੈਂਦੇ। ਫਿਰ ਜੀਵ ਇੱਧਰ ਕੀ ਕਰਦਾ? ਉਹ ਫਿੱਕਾ ਬੋਲਦਾ, ਮਾੜੇ ਬਚਨ ਬੋਲਦਾ ਦੂਸਰਿਆਂ ਨੂੰ। ਜਦੋਂ ਅਸੀਂ ਫਿੱਕਾ ਬੋਲਦੇ ਹਾਂ, ਸਾਡਾ ਮਨ ਵੀ ਫਿੱਕਾ, ਸਾਡਾ ਤਨ ਵੀ ਫਿੱਕਾ, ਅਤੇ ਇਹਦੀ ਸਾਨੂੰ ਸਜ਼ਾ ਬੜੀ ਸਖਤ ਮਿਲਦੀ। ਜਿਹੜੇ ਮੁਖ ਰਾਹੀਂ ਮਨਮੁਖ ਫਿੱਕਾ ਬੋਲਦਾ ਹੈ, ਜਦੋਂ ਅਸੀਂ ਵਾਪਸ ਦਰਗਾਹ 'ਚ ਜਾਂਦੇ ਹਾਂ, ਕਹਿੰਦੇ ਵੀ ਜਿਹੜੇ ਮੁਖ ਰਾਹੀਂ ਇਹ ਫਿੱਕਾ ਬੋਲਦੇ ਰਹੇ, ਇਹਨਾਂ ਦੇ ਮੁਖ 'ਚ ਥੁੱਕਾਂ ਸਿੱਟੋ, ਇਹ ਨਾਲੇ ਇਹਨਾਂ ਦੇ ਜੁੱਤੀਆਂ ਮਾਰੋ। ਹੁਣ ਜਿਹੜਾ ਸਿਆਣਾ ਜੀਵ ਹੈ ਉਹ ਨਹੀਂ ਚਾਹੁੰਦਾ ਮੇਰੇ ਮੁਖ ਦੇ ਵਿੱਚ ਕੋਈ ਥੁੱਕਾਂ ਸਿੱਟੇ ਦੂਜਾ, ਨਾਲੇ ਮੈਨੂੰ ਸਜ਼ਾ ਮਿਲੇ, ਕੋਈ ਜੁੱਤੀਆਂ ਮਾਰੇ। ਇਹ ਉਹ ਜੀਵਾਂ ਨੂੰ ਮਿਲਦੀ ਸਜ਼ਾ ਜਿਹੜੇ ਫਿਰ ਫਿੱਕੇ ਬੋਲਦੇ।
ਮਹਾਰਾਜ ਫਰਮਾਉਂਦੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਈ। ਫਿੱਕੋ ਫਿੱਕੀ ਸਦੀਏ ਫਿੱਕੋ ਫਿੱਕੀ ਸੋਈ, ਫਿੱਕਾ ਦਰਗੇ ਸਟੀਏ ਮੂੰਹ ਥੁੱਕਾਂ ਫਿੱਕੇ ਪਾਈ। ਫਿੱਕਾ ਮੂਰਖ ਆਖੀਏ ਪਾਣਾ ਲਈ ਸਜਾਈ। ਮਹਾਰਾਜ ਕਹਿੰਦੇ ਜਿਹੜੇ ਜੀਵ ਫਿੱਕੇ ਬੋਲ ਬੋਲਦੇ ਉਹ ਮੂਰਖ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੀ ਸਾਨੂੰ ਸਜ਼ਾ ਬੜੀ ਸਖਤ ਮਿਲਣੀ। ਇਹ ਸਾਡੇ ਕਰਮ ਨੇ। ਹੁਣ ਇੱਕ ਤਾਂ ਐਸੇ ਕਰਮ ਜਿਹੜੇ ਅਸੀਂ ਆਪਦੀ ਮੱਤ ਦੁਆਰਾ ਕਰਦੇ, ਜਿਹੜੇ ਕਰਮਾਂ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ। ਹੁਣ ਆਹ ਕਰਮ ਸਾਨੂੰ ਵਾਹਿਗੁਰੂ ਤੋਂ ਦੂਰ ਲੈ ਕੇ ਜਾਂਦੇ। ਜਦੋਂ ਅਸੀਂ ਆਪਦੀ ਮੱਤ ਦੁਆਰਾ ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀਆਂ ਚੁਗਲੀਆਂ ਕਰ ਲਈਆਂ, ਕਿਸੇ ਨੂੰ ਫਿੱਕੇ ਬੋਲ ਬੋਲ ਲਈ, ਇਹਨਾਂ ਕਰਮਾਂ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹੋ ਗਏ, ਮਾਲਕ ਤੋਂ ਦੂਰ ਹੋ ਗਏ। ਮਹਾਰਾਜ ਕਹਿੰਦੇ ਵੀ ਸਾਡੀ ਪ੍ਰੀਤ ਕਿਵੇਂ ਟੁੱਟੀ ਪਰਮਾਤਮਾ ਦੇ ਨਾਲੋਂ, ਕਿਉਂ ਨਹੀਂ ਸਾਡਾ ਉਹਦੇ ਨਾਲ ਪਿਆਰ ਵਾਹਿਗੁਰੂ ਦੇ ਨਾਲ ਬਣਦਾ। ਇਹ ਆ ਗਏ ਅਸੀਂ ਦਵਦਾ ਵੱਸ ਹੋ ਕੇ ਅਸੀਂ ਬੁਰੇ ਬੋਲ ਬੋਲਦੇ ਹਾਂ, ਫਿੱਕਾ ਬੋਲਦੇ। ਜਦੋਂ ਅਸੀਂ ਬੁਰੇ ਬੋਲ ਬੋਲਦੇ ਹਾਂ, ਇਹ ਸਾਡੇ ਬੋਲੇ ਹੋਏ ਬੋਲ ਪਰਮਾਤਮਾ ਨੂੰ ਭਾਉਂਦੇ ਨਹੀਂ, ਮਾਲਕ ਨੂੰ ਚੰਗੇ ਨਹੀਂ ਲੱਗਦੇ ਅਤੇ ਸਾਨੂੰ ਉਹ ਛੱਡ ਦਿੰਦਾ। ਮਹਾਰਾਜ ਫਰਮਾਉਂਦੇ, ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਹੁਣ ਜਿਹੜਾ ਜੀਵ ਨਹੀਂ ਗੁਰੂ ਦੀ ਮੱਤ ਲੈਂਦਾ, ਉਹ ਕਹਿੰਦਾ ਵੀ ਜਦੋਂ ਮੈਂ ਬੋਲਦਾ ਉਹ ਕਿਹੜਾ ਕੋਈ ਸੁਣਦਾ, ਕਿਸੇ ਦੀ ਮੈਂ ਨਿੰਦਿਆ ਕਰਦਾ ਕਿਹੜਾ ਕੋਈ ਸੁਣਦਾ ਹੈ। ਹੁਣ ਜਿਹਦੀ ਅਸੀਂ ਨਿੰਦਿਆ ਕਰਦੇ ਹਾਂ ਉਹ ਚਾਹੇ ਸੁਣੇ ਨਾ ਸੁਣੇ, ਪਰਮਾਤਮਾ ਤਾਂ ਹਰ ਸਮੇਂ ਸੁਣ ਰਿਹਾ ਸੱਚ। ਜੋ ਵੀ ਅਸੀਂ ਮੁੱਖ ਦੇ ਵਿੱਚ ਬੋਲਦੇ ਹਾਂ, ਸਭ ਤੋਂ ਪਹਿਲਾਂ ਸਾਡੀ ਆਵਾਜ਼ ਪਰਮਾਤਮਾ ਸੁਣਦਾ, ਚਾਹੇ ਅਸੀਂ ਮੁੱਖ ਰਾਹੀਂ ਚੰਗਾ ਬੋਲੇ, ਚਾਹੇ ਅਸੀਂ ਮੰਦਾ ਬੋਲੇ। ਇੱਕ ਵਾਰ ਸਾਡੇ ਮੁੱਖ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਉਹ ਮਿਟਦੇ ਨਹੀਂ। ਉਹ ਜਿਉਂ ਹੀ ਅਸੀਂ ਬੋਲੇ, ਉਹ ਮਾਲਕ ਨਿਰੰਕਾਰ ਸਭ ਤੋਂ ਪਹਿਲਾਂ ਉਹੀਓ ਸੁਣਦਾ ਪਰਮਾਤਮਾ। ਜਿਵੇਂ ਹੁਣ ਆਪਾਂ ਬੋਲਦੇ ਹਾਂ, ਸਭ ਤੋਂ ਪਹਿਲਾਂ ਮਾਲਕ ਆਵਾਜ਼ ਨੂੰ ਸੁਣੇਗਾ, ਉਸ ਤੋਂ ਬਾਅਦ 'ਚੋਂ ਆਪਾਂ ਸੁਣਾਂਗੇ। ਇਹ ਆਵਾਜ਼ ਆ ਖਾਲੀ ਖਲਾ 'ਚ ਜਾ ਰਹੀ ਹੈ। ਪਹਿਲਾਂ ਪਰਮਾਤਮਾ ਸੁਣਦਾ, ਉਹ ਸਾਡੇ ਨੇੜੇ ਹੈ, ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ। ਮਹਾਰਾਜ ਕਹਿੰਦੇ, ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗਿਰਾਹਾ ਹੈ। ਹੁਣ ਮਾਲਕ ਆਪਾਂ ਨੂੰ ਸਵਾਸਾਂ ਦੀ ਗਰਾਹੀ ਦੇ ਰਿਹਾ ਹੈ, ਅਤੇ ਜੋ ਵੀ ਅਸੀਂ ਇਹ ਸਵਾਸ ਰਾਹੀਂ ਬੋਲਦੇ ਹਾਂ, ਸਭ ਤੋਂ ਪਹਿਲਾਂ ਮਾਲਕ ਹੀ ਸਾਡੀ ਆਵਾਜ਼ ਸੁਣਦਾ ਵੀ ਇਹ ਕੀ ਬੋਲੇ। ਹੁਣ ਉਦੋਂ ਬਾਅਦ 'ਚ ਉਹ ਦੂਸਰੇ ਜੀਵ ਸੁਣਦੇ। ਹੁਣ ਜੇ ਅਸੀਂ ਫਿੱਕੇ ਬੋਲ ਬੋਲਾਂਗੇ, ਮਾੜਾ ਬੋਲਾਂਗੇ, ਅਤੇ ਸਾਡਾ ਬੋਲਿਆ ਹੋਇਆ ਪਰਮਾਤਮਾ ਨੂੰ ਭਾਉਂਦਾ ਨਹੀਂ। ਔਰ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਫਿੱਕੇ ਬੋਲ ਬੋਲਦੇ ਹਾਂ, ਉਹ ਮਾਲਕ ਸਾਨੂੰ ਛੱਡ ਦਿੰਦਾ, ਸਾਡੀ ਪ੍ਰੀਤ ਟੁੱਟ ਜਾਂਦੀ, ਉਹਦੇ ਨਾਲ ਸਾਡਾ ਪਿਆਰ ਨਹੀਂ ਰਹਿੰਦਾ। ਹੁਣ ਜਦੋਂ ਨਹੀਂ ਪਿਆਰ ਰਹਿੰਦਾ ਅਤੇ ਫਿਰ ਉਦੋਂ ਕਹਿੰਦੇ ਬਈ ਇਹ ਦਹਾਗਣਾ ਨੇ, ਇਹ ਛੋਟੜ ਨੇ, ਇਹ ਪਰਮਾਤਮਾ ਨੇ ਇਹ ਛੱਡੀਆਂ ਹੋਈਆਂ। ਉਦੋਂ ਫਿਰ ਗੁਰਬਾਣੀ ਗੁਰੂ ਵਿੱਚ ਸਾਨੂੰ ਮਨਮੁਖ, ਸਾਕਤ, ਦਹਾਗਣ ਇਹਨਾਂ ਨਾਮਾਂ ਦੇ ਨਾਲ ਫਿਰ ਸੰਬੋਧਨ ਕੀਤਾ। ਹੁਣ ਜਿਨ੍ਹਾਂ ਨੇ ਆਪਦੇ ਪਤੀ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ, ਉਹਨਾਂ ਵਰਤਾਏ ਫਿਰ ਰੋਜ਼ ਕਹਿੰਦੇ, ਖਸਮ ਵਿਸਾਰੀ ਤੇ ਕਮਜਾਤ। ਬਈ ਜਿਨ੍ਹਾਂ ਨੇ ਆਪਦੇ ਪਤੀ ਨੂੰ ਹੀ, ਮਾਲਕ ਨੂੰ ਹੀ ਵਿਸਾਰ ਦਿੱਤਾ, ਜਿਹੜੀਆਂ ਉਹਦਾ ਸਿਮਰਨ ਹੀ ਨਹੀਂ ਕਰਦੀਆਂ। ਔਰ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਿਹੜੀਆਂ ਤਾਂ ਸੁਹਾਗਣਾ ਉਹ ਨੇ ਜਿਹੜੀਆਂ ਪਤੀ ਦੇ ਨਾਲ ਮਿਲੀਆਂ ਹੋਈਆਂ ਨਹੀਂ, ਮਾਲਕ ਦੇ ਨਾਲ, ਉਹਨੂੰ ਸੁਹਾਗਣਾ ਕਹਿ ਦਿੱਤਾ। ਹੁਣ ਜਦੋਂ ਸੁਹਾਗਣਾ ਆਪਸ ਵਿੱਚ ਇਕੱਠੀਆਂ ਹੁੰਦੀਆਂ, ਉਹ ਸੁਹਾਗਣਾ ਆਪਸ ਵਿੱਚ ਜਦੋਂ ਵਿਚਾਰ ਕਰਦੀਆਂ, ਉਹ ਕਹਿੰਦੀਆਂ ਵੀ ਆਪਣਾ ਸਾਰਿਆਂ ਦਾ ਪਤੀ ਪਰਮੇਸ਼ਰ ਇੱਕੋ ਹੀ ਹੈ, ਇਹ ਆਪਾਂ ਇੱਕੋ ਹੀ ਘਰੇ ਵੱਸਦੇ ਹਾਂ ਅਤੇ ਬੜਾ ਆਨੰਦ, ਬੜਾ ਸੁੱਖ ਹੈ। ਮਾਲਕ ਸਾਡਾ ਪਤੀ ਸਾਨੂੰ ਕਿਤੇ ਛੱਡ ਕੇ ਜਾਂਦਾ ਹੀ ਨਹੀਂ ਪਾਸੇ। ਮਹਾਰਾਜ ਫਰਮਾਉਂਦੇ, ਸਭਨਾ ਕਾ ਸੋ ਏਕ ਹੈ,
ਸਦ ਹੀ ਰਹੇ ਹਜ਼ੂਰ, ਵੀ ਉਹ ਸਦਾ ਹੀ ਸਾਡੇ ਨੇੜੇ ਰਹਿੰਦਾ ਅਤੇ ਕਦੇ ਵੀ ਨਹੀਂ ਸਾਨੂੰ ਇਕੱਲਿਆਂ ਨੂੰ ਛੱਡਦਾ। ਹੁਣ ਜਿਹੜੀ ਦੁਹਾਗਣ ਹੈ ਉਹ ਕਹਿੰਦੀ ਵੀ ਜੇ ਪਤੀ ਸਭ ਦਾ ਇੱਕ ਹੀ ਹੈ, ਵੀ ਮੇਰੇ ਨਾਲ ਤਾਂ ਕਦੇ ਉਹ ਗੱਲ ਹੀ ਨਹੀਂ ਕਰਦਾ, ਮੈਂ ਤਾਂ ਕਦੇ ਮਿਲੀ ਨਹੀਂ ਉਹਨੂੰ, ਮੈਨੂੰ ਤਾਂ ਕਦੇ ਬੁਲਾਇਆ ਹੀ ਨਹੀਂ ਉਹਨੇ। ਫਿਰ ਉਹ ਸੁਹਾਗਣਾ ਕਹਿੰਦੀਆਂ ਵੀ ਤੂੰ ਪਤੀ ਦਾ ਹੁਕਮ ਨਹੀਂ ਮੰਨਿਆ। ਹੁਣ ਜੇ ਪਤੀ ਦਾ ਹੁਕਮ ਨਾ ਮੰਨੀਏ ਤੇ ਇੱਕੋ ਘਰ ਦੇ ਵਿੱਚ ਰਹਿੰਦੇ ਹੋਈ ਘਰ ਤੋਂ ਦੂਰ ਹੋ ਜਾਈ। ਮਹਾਰਾਜ ਕਹਿੰਦੇ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ, ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਈ। ਸੁਹਾਗਣਾ ਦੁਹਾਗਣ ਨੂੰ ਕਹਿੰਦੀਆਂ ਵੀ ਤੂੰ ਹੁਕਮ ਨਹੀਂ ਮੰਨਿਆ, ਤਾਂ ਕਰਕੇ ਫਿਰ ਇੱਕੋ ਘਰ 'ਚ ਰਹਿੰਦੀ ਤੂੰ ਘਰ ਦੇ ਵਿੱਚ ਮਾਲਕ ਤੋਂ ਦੂਰ ਹੋ ਗਈ। ਹੁਣ ਉਹ ਫਿਰ ਸੁਹਾਗਣਾ ਦੁਹਾਗਣ ਨੂੰ ਦੱਸਦੀਆਂ ਵੀ ਜੇ ਤੂੰ ਫਿਰ ਮਿਲਣਾ ਚਾਹੁੰਦੀ ਪਤੀ ਨੂੰ, ਤੂੰ ਮਿਲ ਸਕਦੀ। ਉਹ ਕਹਿੰਦੀ ਵੀ ਫਿਰ ਪਤੀ ਮੇਰੇ ਨਾਲ ਮਿਲਾਪ ਕਰ ਸਕਦਾ ਵੀ ਜੇ ਤੂੰ ਆਪਦੀ ਗਲਤੀ ਮੰਨ ਲਵੇਂ, ਜੇ ਤੂੰ ਇਹ ਮਹਿਸੂਸ ਕਰੇ ਵੀ ਮੇਰੀ ਗਲਤੀ, ਮੈਂ ਆਪਦੇ ਕਰਮਾਂ ਕਰਕੇ ਵਿਛੜੀ, ਵੀ ਕਿਸੇ ਹੋਰ ਦਾ ਦੋਸ਼ ਨਹੀਂ। ਜਿਸ ਨੂੰ ਮਹਾਰਾਜ ਕਹਿੰਦੇ ਆਪ ਕਮਾਣੀ ਵਿਛੜੀ ਦੋਸ਼ ਨਾ ਕਾਹੂ ਦੇਣ, ਵੀ ਮੈਂ ਆਪਦੇ ਕਰਮਾਂ ਕਰਕੇ ਵਿਛੜੀ ਹਾਂ, ਮੇਰੀ ਗਲਤੀ ਹੈ, ਕਿਸੇ ਹੋਰ ਦੀ ਨਹੀਂ। ਮੇਰੇ ਕਰਮਾਂ ਦਾ ਦੋਸ਼ ਹੈ ਕਿਉਂਕਿ ਮੈਂ ਕਰਮ ਹੀ ਐਸੇ ਕੀਤੇ। ਦੁਵਿਧਾ ਵੱਸ ਹੋ ਕੇ, ਵੈਰ ਵਿਰੋਧ ਵੱਸ ਹੋ ਕੇ ਇਹਨਾਂ ਕਰਮਾਂ ਦੇ ਵਿੱਚ ਮੈਂ ਮਾਲਕ ਤੋਂ ਦੂਰ ਹੋ ਗਈ। ਔਰ ਉਹ ਸੁਹਾਗਣਾ ਕਹਿੰਦੀਆਂ ਵੀ ਜੇ ਤੂੰ ਆਪਦੀ ਗਲਤੀ ਮਹਿਸੂਸ ਕਰੇ ਤੇ ਤੇਰੀ ਟੁੱਟੀ ਹੋਈ ਫਿਰ ਗੰਢੀ ਜਾ ਸਕਦੀ, ਫਿਰ ਜੁੜ ਸਕਦੀ। ਮਹਾਰਾਜ ਫਰਮਾਉਂਦੇ ਟੂਟੇ ਗੰਠ ਪੜੇ ਵਿਚਾਰ, ਵੀ ਟੁੱਟੀ ਹੋਈ ਗੰਢੀ ਜਾਊ ਜੇ ਤੂੰ ਇਹਦੇ 'ਤੇ ਵਿਚਾਰ ਕਰੀਂ। ਹੁਣ ਜਦ ਤੱਕ ਸਾਨੂੰ ਉਹਨਾਂ ਸੁਹਾਗਣਾ ਦਾ ਸੰਗ ਨਹੀਂ ਹੁੰਦਾ ਜਿਨ੍ਹਾਂ ਨੂੰ ਗੁਰਬਾਣੀ ਗੁਰੂ ਵਿੱਚ ਫਿਰ ਸੰਤ ਸਾਧੂ ਭਗਤ ਗੁਰਸਿੱਖ ਇਹਨਾਂ ਨਾਵਾਂ ਦੇ ਨਾਲ ਨਵਾਜਿਆ ਗਿਆ, ਉਹਨਾਂ ਸਮਾਂ ਸਾਡੀ ਸੁਰਤੀ ਦੁਹਾਗਣ ਹੋਈ ਨਾ ਤਾਂ ਇਹ ਆਪਦੀ ਗਲਤੀ ਮੰਨਦੀ ਹੈ ਕਿ ਇਹਦੇ ਅੰਦਰ ਹਉਮੈ ਅਤੇ ਹੰਕਾਰ ਆ ਜਾਂਦ। ਜਦੋਂ ਜੀਵ ਦੇ ਅੰਦਰ ਹਉਮੈ ਹੰਕਾਰ ਹੋਵੇ ਉਹ ਝੁਕਦਾ ਨਹੀਂ, ਉਹ ਆਪਦੀ ਗਲਤੀ ਮੰਨਦਾ ਹੀ। ਹੁਣ ਜਦੋਂ ਫਿਰ ਸਾਨੂੰ ਸਤ ਸੰਗਤ ਮਿਲਦੀ ਹੈ, ਫਿਰ ਸਾਨੂੰ ਸਤਿਗੁਰੂ ਭੇਜ ਦਿੰਦੇ ਗੁਰਬਾਣੀ ਗੁਰੂ ਰਾਹੀਂ ਵੀ ਜੇ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ ਤਾਂ ਇਹਦੇ ਵਿੱਚ ਕਿਸੇ ਹੋਰ ਦਾ ਦੋਸ਼ ਨਹੀਂ ਹੈ। ਦੋਸ਼ ਸਾਡਾ ਆਪਣਾ, ਸਾਡੇ ਕਰਮਾਂ ਦਾ ਦੋਸ਼, ਕਿਉਂਕਿ ਅਸੀਂ ਕਰਮ ਹੀ ਐਸੇ ਕੀਤੇ ਆਪਦੀ ਮੱਤ ਦਵਾਰ। ਹੁਣ ਇਸੀ ਅਵਸਥਾ ਦੇ ਵਿੱਚ ਜਦੋਂ ਫਿਰ ਅਸੀਂ ਸੰਗਤ ਕਰਦੇ ਹਾਂ, ਸੰਗਤ ਕਰਕੇ ਫਿਰ ਸਾਨੂੰ ਥੋੜ੍ਹੀ ਜਿਹੀ ਸੋਝੀ ਆਉਂਦੀ, ਭੇਤ ਆਉਂਦਾ, ਫਿਰ ਨਾਲ ਨਾਲ ਸਾਨੂੰ ਸਿਮਰਨ ਕਰਾਇਆ ਜਾਂਦਾ। ਸਿਮਰਨ ਜਦੋਂ ਅਸੀਂ ਕਰਦੇ ਹਾਂ ਸਾਡੇ ਮਨ ਦੀ ਮੈਲ ਉਤਰਦੀ, ਨਾਲ ਨਾਲ ਸਾਨੂੰ ਗੁਰੂ ਦੀ ਮੱਤ ਗਿਆਨ ਦਿੱਤਾ ਜਾਂਦਾ। ਫਿਰ ਸਾਡਾ ਮਨ ਸੁਣਨ ਦੀ ਜਦੋਂ ਅਵਸਥਾ ਦੇ ਵਿੱਚ ਆਉਂਦਾ ਹੈ, ਫਿਰ ਇਹਨੂੰ ਭੇਦ ਖੁੱਲ੍ਹਦਾ ਵੀ ਦੋਸ਼ ਕਿਸੇ ਹੋਰ ਦਾ ਨਹੀਂ, ਦੋਸ਼ ਮੇਰਾ ਆਪਣਾ ਹੀ। ਜੇ ਮੈਂ ਅੱਜ ਦੁਖੀ ਹਾਂ, ਦੁੱਖ ਦਾ ਕਾਰਨ ਕੋਈ ਹੋਰ ਨਹੀਂ ਹੈ, ਦੁੱਖ ਦਾ ਕਾਰਨ ਮੈਂ ਖੁਦ ਹੀ ਹਾਂ। ਮੈਂ ਖੁਦ ਹੀ ਆਪਦੇ ਦੁੱਖ ਜਿਹੜੇ ਉਹ ਖੁਦ ਹੀ ਸਹੇੜੇ ਹੋਏ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ, ਕਹਿੰਦੇ ਦੱਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਬਈ ਜੇ ਅਸੀਂ ਹੋਰ ਕਿਸੇ ਨੂੰ ਦੋਸ਼ ਦਿੰਦੇ ਹਾਂ ਵੀ ਅਸੀਂ ਫਲਾਣੇ ਕਰਕੇ ਦੁਖੀ ਹਾਂ ਜੀ, ਇਹ ਸਾਡਾ ਦਿੱਤਾ ਹੋਇਆ ਦੋਸ਼ ਦੂਜੇ ਨੂੰ ਵਿਅਰਥ, ਕਿਉਂਕਿ ਦੋਸ਼ ਕਿਸੇ ਹੋਰ ਦਾ ਨਹੀਂ, ਦੋਸ਼ ਸਾਡਾ ਖੁਦ ਦਾ ਆਪਣਾ ਹੈ। ਅਸੀਂ ਗੁਰੂ ਦੀ ਮੱਤ ਨਹੀਂ ਲਈ, ਨਾ ਮੱਤ ਲੈਣ ਕਰਕੇ ਅਸੀਂ ਆਪਦੀ ਮੱਤ ਵਰਤੀ ਅਤੇ ਆਪਦੀ ਮੱਤ ਵਰਤਣ ਕਰਕੇ ਅਸੀਂ ਦੁਖੀ ਹਾਂ, ਅਸੀਂ ਅਸ਼ਾਂਤ ਹਾਂ।
ਹੁਣ ਇਹੋ ਮਾਰੇ ਫਿਰ ਸਾਨੂੰ ਕਹਿੰਦੇ ਵੀ ਆਪਦੀ ਮੱਤ ਦੁਆਰਾ ਅਸੀਂ ਕਿੰਨੇ ਵੀ ਸਿਆਣੇ ਹੋ ਜਾਈਏ, ਕਿੰਨੇ ਵੀ ਅਸੀਂ ਚਤਰ ਬੁੱਧੀ ਵਾਲੇ ਹੋ ਜਾਈਏ, ਅਸੀਂ ਮਾਲਕ ਨੂੰ ਨਹੀਂ ਮਿਲ ਸਕਦੇ ਗੁਰੂ ਦੀ ਮੱਤ ਤੋਂ ਬਿਨਾਂ। ਸਾਡੀ ਮੱਤ, ਸਾਡੀ ਸਿਆਣਪ ਸਾਨੂੰ ਡੋਬ ਤਾਂ ਸਕਦੀ, ਅਸੀਂ ਡੁੱਬ ਤਾਂ ਜਾਵਾਂਗੇ, ਅਸੀਂ ਤਰ ਨਹੀਂ ਸਕਦੇ। ਇਸ ਲਈ ਮਾਰੇ ਫਰਮਾਉਂਦੇ, ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਬਈ ਜਿਹੜੀ ਗੁਰੂ ਦੀ ਮੱਤ ਤੋਂ ਬਿਨਾਂ ਸਾਡੀ ਮੱਤ ਸਾਨੂੰ ਡੋਬ ਲੇਗੀ, ਅਸੀਂ ਤਰ ਨਹੀਂ ਸਕਾਂਗੇ। ਇਸ ਲਈ ਕਹਿੰਦੇ ਵੀ ਆਪਦੀ ਮੱਤ ਨੂੰ ਛੱਡੋ, ਆਪਦੀ ਸਿਆਣਪ ਨੂੰ ਛੱਡੋ। ਤਾਂ ਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭੁ ਜਾਏ। ਸਾਡੇ ਦੁੱਖ ਭਰਮ ਸਭ ਖਤਮ ਹੋ ਜਾਣ ਜੇ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਈਏ, ਜੇ ਅਸੀਂ ਸਿਮਰਨ ਕਰਨ ਲੱਗ ਜੀਤ, ਜੇ ਅਸੀਂ ਗੁਰੂ ਦੇ ਬਚਨ ਕਮਾਈਏ, ਜੇ ਅਸੀਂ ਸਿਮਰਨ ਕਰੀਏ ਤੇ ਸਾਡੇ ਦੁੱਖ ਭਰਮ ਸਭ ਮਿਟ ਜਾਣ। ਇਸ ਲਈ ਮਾਰੇ ਫਰਮਾਉਂਦੇ, ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਵੀ ਜਿਹੜੀ ਕਾਰ ਸਾਨੂੰ ਗੁਰੂ ਕਹਿ ਰਹੇ ਕਰਨ ਨੂੰ, ਵੀ ਤੁਸੀਂ ਉਹ ਕਿਉਂ ਨਹੀਂ ਕਮਾਉਂਦੇ, ਗੁਰੂ ਦੇ ਆਖੇ ਕਿਉਂ ਨਹੀਂ ਲੱਗਦੇ, ਗੁਰੂ ਦਾ ਬਚਨ ਕਿਉਂ ਨਹੀਂ ਮੰਨਦੇ। ਹੁਣ ਜੇ ਅਸੀਂ ਗੁਰੂ ਦਾ ਬਚਨ ਮੰਨ ਲਈਏ, ਗੁਰੂ ਦੀ ਦੱਸੀ ਹੋਈ ਕਾਰ ਕਮਾਈਏ, ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੀਏ, ਫਿਰ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ, ਅਸੀਂ ਸਦਾ ਲਈ ਅਮਰ ਹੋ ਸਕਦੇ। ਹੋਵੇ ਮਹਾਰਾਜ ਤਾਂ ਸਾਨੂੰ ਰੋਜ਼ ਸਮਝਾਉਂਦੇ ਵੀ ਹੋਣੀ ਵਾਰੀ ਹੈ ਸਾਨੂੰ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਹੈ। ਇਹ ਹੋਰ ਕੋਈ ਰੁੱਤ ਨਹੀਂ, ਹੋਰ ਕੋਈ ਵੇਲਾ, ਹੋਰ ਕੋਈ ਸਮਾਂ ਨਹੀਂ, ਹੋਣੀ ਸਮਾਂ ਹੈ, ਹੋਣੀ ਰੁੱਤ ਹੈ, ਹੋਣੀ ਵਤਰ ਹੈ, ਹੋਣੀ ਅਸੀਂ ਨਾਮ ਦੀ ਖੇਤੀ ਕਰ ਸਕਦੇ। ਮਹਾਰਾਜ ਕਹਿੰਦੇ ਭਰਮ 'ਚ ਨਾ ਭੁੱਲੋ, ਵੀ ਅਸੀਂ ਫੇਰ ਕਰ ਲਾਂਗੇ। ਜਿਵੇਂ ਸਾਡੇ ਮਨ ਦਾ ਸੁਭਾਅ ਬਣ ਜਾਂਦਾ, ਅਸੀਂ ਅੱਗੇ ਦੀ ਅੱਗੇ ਟਾਲਦੇ ਆਉਂਦੇ ਹਾਂ। ਜਿਵੇਂ ਬੱਚਾ ਹੁੰਦਾ, ਜਦੋਂ ਅਸੀਂ ਬੱਚੇ ਸੀ ਉਦੋਂ ਅਸੀਂ ਕਹਿੰਦੇ ਵੀ ਹੁਣ ਤਾਂ ਹਜੇ ਬੱਚੇ ਹਾਂ, ਹਜੇ ਤਾਂ ਖੇਡਣ ਦੇ ਦਿਨ ਨੇ, ਵੀ ਜਦੋਂ ਜਵਾਨ ਹੋ ਗਏ ਉਦੋਂ ਕਰ ਲਾਂਗੇ। ਜਦੋਂ ਜੀਵ ਜਵਾਨ ਹੋ ਜਾਂਦਾ ਉਦੋਂ ਕਹਿੰਦਾ ਵੀ ਹਜੇ ਤਾਂ ਮੌਜ ਮਸਤੀ ਕਰਨਾ, ਜਦੋਂ ਵਡੇਪਾ ਆ ਗਿਆ ਉਦੋਂ ਕਰ ਲਾਂਗੇ। ਵੀ ਸਿਮਰ ਨਹੀਂ ਕਰਨਾ ਪਰਮਾਤਮਾ ਦਾ, ਤਾਂ ਬਜ਼ੁਰਗ ਜਦੋਂ ਹੋ ਜਾਂਦਾ ਉਦੋਂ ਕਰੀਦਾ, ਹਜੇ ਤਾਂ ਮੌਜ ਮਸਤੀ ਕਰਨੀ, ਜਵਾਨੀ, ਵਡੇਪਾ ਵੀ ਆ ਗਿਆ। ਜਦੋਂ ਵਡੇਪਾ ਆ ਜਾਂਦਾ, ਜੇ ਵਡੇਪੇ 'ਚ ਬਜ਼ੁਰਗ ਨੂੰ ਤੁਸੀਂ ਆਖੋ ਵੀ ਹੁਣ ਕਰ ਲਾ, ਹੁਣ ਤਾਂ ਤੂੰ ਸਾਰਾ ਕੁਛ ਦੇਖ ਲਿਆ, ਉਹ ਕਹਿੰਦਾ ਵੀ ਹੁਣ ਤਾਂ ਹੁੰਦਾ ਨਹੀਂ, ਹੁਣ ਤਾਂ ਅੱਗੇ ਹੀ ਕਰਾਂਗੇ, ਹੁਣ ਨਹੀਂ ਹੁੰਦਾ। ਜਾਣੀ ਦੀ ਸਾਡਾ ਸੁਭਾਅ ਸ਼ੁਰੂ ਤੋਂ ਇਹ ਬਣ ਜਾਂਦਾ, ਅਸੀਂ ਗਾਂਹ ਦੀ ਗਾਂਹ ਟਾਲਦੇ ਆ ਰਹੇ ਹਾਂ। ਜਦੋਂ ਬਚਪਨ ਤੋਂ ਜਵਾਨੀ 'ਤੇ ਟਾਲਿਆ, ਜਵਾਨੀ ਤੋਂ ਬਜ਼ੁਰਗ ਹੋ ਗਏ, ਵੀ ਵਡੇਪੇ 'ਚ ਕਰ ਲਾਂਗੇ, ਵਡੇਪੇ ਤੋਂ ਅਗਲੇ ਜਨਮ 'ਚ ਕਰਾਂਗੇ ਜੀ, ਹੁਣ ਤਾਂ ਹੁੰਦਾ ਨਹੀਂ, ਹੁਣ ਤਾਂ ਬੀਤ ਗਈ, ਹੁਣ ਤਾਂ ਗਾਂਹ ਹੀ ਕਰਾਂਗੇ। ਮਾਰੇ ਸਾਨੂੰ ਫਿਰ ਇਸ ਲਈ ਕਹਿੰਦੇ ਵੀ ਟਾਲੋ ਨਾ, ਵੀ ਇਹਦੇ ਵਿੱਚ ਦੇਰੀ ਨਾ ਕਰੋ ਸਿਮਰਨ ਕਰਨ ਲੱਗੇ। ਇਹ ਤਾਂ ਜਿਹੜਾ ਤੁਹਾਡਾ ਅਸਲ ਕਾਰਜ ਹੈ, ਵੀ ਇਹਨੂੰ ਛੇਤੀ ਤੋਂ ਛੇਤੀ ਸਵਾਰ ਲਓ। ਸਮਾਂ ਤਾਂ ਸਾਡਾ ਰੋਜ਼ ਦੀ ਰੋਜ਼ ਘਟਦਾ ਜਾ ਰਿਹਾ। ਜਿਵੇਂ ਹੁਣ ਇੱਕ ਬੱਚਾ, ਜਨਨੀ ਮਾਂ ਬੱਚੇ ਨੂੰ ਦੇਖ ਕੇ ਖੁਸ਼ ਹੁੰਦੀ ਵੀ ਮੇਰਾ ਬੱਚਾ ਵੱਡਾ ਹੋ ਰਿਹਾ। ਮਾਰੇ ਕਹਿੰਦੇ ਉਹ ਵੱਡਾ ਨਹੀਂ ਹੋ ਰਿਹਾ, ਉਹ ਵੱਧ ਨਹੀਂ ਰਿਹਾ, ਉਹ ਘਟ ਰਿਹਾ। ਜਿਉਂ ਅਸੀਂ ਇਸ ਲੋਕ ਦੇ ਵਿੱਚ ਆਉਂਦੇ ਅਸੀਂ ਘਟਣਾ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਹੁਣ ਜੀਵ ਆਪਾਂ ਤਾਂ ਕਹਿੰਦੇ ਵੱਡਾ ਹੁੰਦਾ ਜੀ, ਵੀ ਉਮਰ ਵੱਧ ਰਹੀ ਹੈ ਜੀ, ਬਜ਼ੁਰਗ ਹੋ ਰਹੇ ਹਾਂ, ਅਸੀਂ ਵੱਡੇ ਥੋੜ੍ਹੀ ਹੋ ਰਹੇ ਹਾਂ, ਅਸੀਂ ਤਾਂ ਘਟ ਰਹੇ ਹਾਂ। ਜਿਉਂ ਅਸੀਂ ਇੱਧਰ ਆਏ ਸੰਸਾਰ ਦੇ ਵਿੱਚ, ਸਾਡਾ ਜਨਮ ਹੋਇਆ, ਉਸੇ ਦਿਨ ਤੋਂ ਅਸੀਂ ਘਟਣਾ ਸ਼ੁਰੂ ਕਰ ਦਿੱਤਾ। ਕਿਉਂਕਿ ਸਵਾਸਾਂ ਦਾ ਧਨ ਜਿਹੜਾ ਉਹ ਸਾਨੂੰ ਗਿਣਤੀ ਦਾ ਦਿੱਤਾ ਜਾਂਦਾ, ਵੀ ਇੰਨਾ ਤੁਹਾਨੂੰ ਧਨ ਦਿੱਤਾ ਸਵਾਸਾਂ ਦਾ, ਇਹਦੇ ਵਿੱਚ ਵਧਣਾ ਘਟਣਾ ਨਹੀਂ ਹੈ, ਗਿਣਤੀ ਦੇ ਨੇ। ਜੇ ਤੁਸੀਂ ਉੱਥੇ ਜਾ ਕੇ ਆਖੋ ਮਾਤ ਲੋਕ 'ਚ ਵੀ ਸਾਡਾ ਸਮਾਂ ਵਧਾ ਦਿਓ, ਵਧੇਗਾ ਨਹੀਂ। ਜੇ ਤੁਸੀਂ ਆਖੋ ਵੀ ਸਾਡਾ ਸਮਾਂ ਘਟਾ ਦਿਓ, ਘਟੇਗਾ ਨਹੀਂ।
ਇਹ ਗਿਣਤੀ ਦਾ ਸਾਨੂੰ ਦਿੱਤਾ ਜੰਤ। ਮਹਾਰਾਜ ਤਾਈਓ ਫਰਮਾਉਂਦੇ, ਗਣ ਘਾਲੇ ਸਭ ਦਿਵਸ ਆਸ ਨੇ ਵੱਢਣ ਘਟਣ ਤਿਲ ਸਾਰ। ਵੀ ਇੱਕ ਵੀ ਸਵਾਸ ਜਿਹੜਾ ਤਿਲ ਮਾਤਰ ਵੀ ਇੱਧਰ ਉੱਧਰ ਨਹੀਂ ਹੋ ਸਕਦਾ ਗਿਣਤੀ ਦੇ ਵਿੱਚ। ਹੁਣ ਜਿਉਂ ਹੀ ਅਸੀਂ ਇੱਧਰ ਆਏ, ਅਸੀਂ ਆ ਕੇ ਸਵਾਸ ਲੈਣਾ ਸ਼ੁਰੂ ਕੀਤਾ ਤੇ ਉਦੋਂ ਘਟਣਾ ਸ਼ੁਰੂ ਹੋ ਗਿਆ ਸਵਾਸ, ਕਿਉਂਕਿ ਜਦੋਂ ਅਸੀਂ ਵਰਤਣੇ ਸ਼ੁਰੂ ਕਰਦੇ ਤੇ ਉਹ ਘਟੀ ਜਾਂਦੇ ਨੇ। ਹੁਣ ਇਸ ਲਈ ਮਹਾਰਾਜ ਕਹਿੰਦੇ ਸਮਾਂ ਸਾਡਾ ਦਿਨ ਪਹਿਰ ਘੜੀਆਂ ਬੀਤਦਾ ਜਾ ਰਿਹਾ। ਹੁਣ ਤੁਸੀਂ ਗੁਰੂ ਦੀ ਸ਼ਰਨ 'ਚ ਜਾ ਕੇ ਜਿਹੜੇ ਕਾਰਜ ਵਾਸਤੇ ਤੁਹਾਨੂੰ ਭੇਜਿਆ ਉਹਨੂੰ ਛੇਤੀ ਤੋਂ ਛੇਤੀ ਸਵਾਰ ਲਓ, ਆਲਸ ਨਾ ਕਰੋ। ਮਹਾਰਾਜ ਤਾਈਓ ਸਾਨੂੰ ਰੋਜ਼ ਫਰਮਾਉਂਦੇ, ਔਧ ਘਟੇ ਦਿਨ ਸਰੈ ਨਾਰੀ ਮਨ ਗੁਰਮਿਲ ਕਾਜ ਸਵਾਰੀ। ਵੀ ਸਾਡੀ ਔਧ ਤਾਂ ਰੋਜ਼ ਦੀ ਰੋਜ਼ ਘਟ ਰਹੀ ਹੈ, ਸਮਾਂ ਰੋਜ਼ ਦੀ ਰੋਜ਼ ਘਟ ਰਿਹਾ। ਜਿਵੇਂ ਹੁਣ ਮਹਾਰਾਜ ਕਹਿੰਦੇ ਜਨਨੀ ਮਾਂ ਬੱਚੇ ਨੂੰ ਦੇਖ ਕੇ ਖੁਸ਼ ਹੁੰਦੀ ਵੀ ਮੇਰਾ ਬੱਚਾ ਵੱਡਾ ਹੋ ਰਿਹਾ। ਮਹਾਰਾਜ ਕਹਿੰਦੇ ਵੱਡਾ ਨਹੀਂ, ਉਹ ਘਟ ਰਿਹਾ। ਜਨਨੀ ਜਾਣਤ ਸਤ ਵੱਡਾ ਹੋਤ ਹੈ, ਇਤਨਾ ਨਾ ਜਾਣਤ ਔਧ ਔਧ ਨੀਤ ਘਟਤ ਹੈ। ਮਹਾਰਾਜ ਕਹਿੰਦੇ ਜਨਨੀ ਕਹਿੰਦੀ ਮੇਰਾ ਪੁੱਤ ਵੱਡਾ ਹੋ ਰਿਹਾ, ਬੱਚਾ ਵੱਡਾ ਹੋ ਰਿਹਾ। ਮਹਾਰਾਜ ਕਹਿੰਦੇ ਵੱਡਾ ਨਹੀਂ ਹੋ ਰਿਹਾ, ਉਹ ਘਟ ਰਿਹਾ। ਤਾਈਓ ਤਾਂ ਘਟਦਾ ਕਰਕੇ ਤੇ ਜਦੋਂ ਸਮਾਂ ਖਤਮ ਹੋ ਜਾਂਦਾ ਚਲੇ ਜਾਂਦੇ ਅਸੀਂ ਸੰਸਾਰ 'ਚ। ਜੇ ਵਾਧੇ ਹੋਈਏ ਫਿਰ ਤਾਂ ਜਾਈਏ ਹੀ ਨਾ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਰਾ ਕੁਝ ਘਟਦਾ ਸੰਸਾਰ ਦੇ ਵਿੱਚ, ਇੱਕ ਨਹੀਂ ਘਟਦਾ ਤੇ ਜਿਹੜੀ ਅਸੀਂ ਬੰਦਗੀ ਕਰਦੇ ਹਾਂ ਭਗਤੀ। ਜਿੰਨੀ ਅਸੀਂ ਭਗਤੀ ਕਰਾਂਗੇ, ਜਿੰਨਾ ਅਸੀਂ ਸਿਮਰਨ ਕਰਾਂਗੇ, ਉਹ ਹੋਰ ਵਧੇਗਾ। ਜਿਵੇਂ ਨਾਮ ਦਾ ਖਜ਼ਾਨਾ ਹੈ, ਸ਼ਬਦ ਦਾ ਲੰਗਰ। ਜਦੋਂ ਗੁਰਮੁਖ ਇਸ ਲੋਕ 'ਚ ਆਉਂਦੇ ਉਹ ਆ ਕੇ ਸ਼ਬਦ ਦਾ ਲੰਗਰ ਲਾ ਦਿੰਦੇ। ਮਹਾਰਾਜ ਕਹਿੰਦੇ ਸ਼ਬਦ ਦਾ ਲੰਗਰ ਜਿੰਨਾ ਅਸੀਂ ਵਰਤਾਵਾਂਗੇ ਇਹ ਓਨਾ ਹੀ ਵੱਧਦਾ ਜਾਣਾ, ਇਹ ਘਟਣਾ ਨਹੀਂ ਹੈ ਤੇ ਇਹਨੇ ਵਧਣਾ ਹੀ। ਇਸ ਲਈ ਫਰਮਾਉਂਦੇ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖਟੀਏ। ਵੀ ਇਹਦੀ ਤੋਟ ਹੀ ਨਹੀਂ ਆਉਣੀ, ਚਾਹੇ ਅਸੀਂ ਦਿਨ ਰਾਤ ਵਰਤਾਈ ਚੱਲੀਏ, ਵਧੀ ਜਾਣਾ, ਹੋਰ ਇਹ ਘਟਣਾ ਹੀ ਨਹੀਂ। ਹੁਣ ਆਪਾਂ ਚਾਹੇ ਇਹ ਗੁਰਬਾਣੀ ਗੁਰੂ ਦੀ ਵਿਚਾਰ ਸਾਰੀ ਉਮਰ ਕਰਦੇ ਰਹੀਏ, ਇਹ ਕੋਈ ਖਜ਼ਾਨਾ ਇਹ ਥੋੜ੍ਹੀ ਵੀ ਘਟ ਜਾਣਾ। ਜਿੰਨਾ ਆਪਾਂ ਵਰਤਾਵਾਂਗੇ ਤਾਂ ਹੋਰ ਵਧੀ ਜਾਣਾ। ਮਹਾਰਾਜ ਇਸ ਲਈ ਫਰਮਾਉਂਦੇ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕਿਛ ਤੋਟ ਨਾ ਆਵੇ ਅੰਤ ਨਹੀਂ ਹਰ ਪਾਰਾਵਾਰ। ਵੀ ਇਹ ਤਾਂ ਜਿੰਨਾ ਅਸੀਂ ਵਰਤਾਵਾਂਗੇ, ਜਿੰਨਾ ਅਸੀਂ ਰਲ ਮਿਲ ਕੇ ਖਾਵਾਂਗੇ, ਇਹ ਓਨਾ ਹੀ ਵੱਧਦਾ ਜਾਣਾ। ਮਹਾਰਾਜ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵਾਧੋ ਜਾਈ। ਵੀ ਇਹ ਵਾਧਾ, ਜਿੰਨਾ ਅਸੀਂ ਖਰਚਾਂਗੇ, ਜਿੰਨਾ ਅਸੀਂ ਵਰਤਾਵਾਂਗੇ, ਓਨਾ ਹੋਰ ਵਧੀ ਜਾਣਾ। ਇਸ ਲਈ ਮਹਾਰਾਜ ਕਹਿੰਦੇ ਨਹੀਂ ਘਟਦੀ ਤੇ ਭਗਤੀ ਨਹੀਂ ਘਟਦੀ। ਜਿੰਨਾ ਅਸੀਂ ਕਰਾਂਗੇ ਹੋਰ ਵੱਧਦੀ ਜਾਣਾ, ਜਿੰਨਾ ਅਸੀਂ ਹੋਰ ਸਿਮਰਨ ਕਰਦੇ ਜਾਵਾਂਗੇ ਹੋਰ ਵੱਧਦਾ ਜਾਣਾ। ਹੁਣ ਬਾਕੀ ਸੰਸਾਰ 'ਚ ਸਾਰਾ ਕੁਛ ਹੀ ਘਟਦਾ। ਜਿੰਨੇ ਵੀ ਚੰਦ ਸੂਰਜ ਧਰਤੀ ਖੰਡ ਬ੍ਰਹਿਮੰਡ ਇਹ ਸਭ ਘਟਦੇ ਨੇ। ਸਾਰਾ ਕੁਝ ਚੱਕਰ ਤੇ ਸਾਰਾ ਕੁਝ ਘੁੰਮ ਰਿਹਾ ਤੇ ਸਾਰਾ ਕੁਝ ਘਟ ਰਿਹਾ। ਹੁਣ ਆਪਾਂ ਨੂੰ ਕਹਿੰਦੇ ਵੀ ਨਹੀਂ ਘਟਦਾ ਤੇ ਭਗਤੀ ਤੇ ਨਹੀਂ ਘਟਦੀ ਤੇ ਸਾਧੂ ਦੀ ਮਹਿਮਾ ਉਸਤਤ ਵਡਿਆਈ। ਬਈ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੇ ਅਸੀਂ ਨਾਮ ਦੇ ਨਾਲ ਜੁੜਾਂਗੇ, ਜੇ ਅਸੀਂ ਆਪਦੇ ਜੀਵਨ ਦਾ ਜੋ ਅਸਲ ਮਕਸਦ ਹੈ ਉਹਨੂੰ ਸਮਝਾਂਗੇ, ਉਹਨੂੰ ਸਮਝ ਕੇ ਪੂਰਾ ਕਰਾਂਗੇ ਤੇ ਅਸੀਂ ਇੱਥੋਂ ਜੀਵਨ ਦਾ ਲਾਹਾ ਖੱਟ ਕੇ ਜਾਵਾਂਗੇ। ਅਸੀਂ ਸਦਾ ਲਈ ਜੀਵਨ ਮੁਕਤ, ਸਦਾ ਲਈ ਅਮਰ ਹੋ ਜਾਵਾਂਗੇ। ਕਿਉਂਕਿ ਜਿਹੜਾ ਸਾਨੂੰ ਸਮਝਾਇਆ ਜਾ ਰਿਹਾ ਗੁਰਬਾਣੀ ਗੁਰੂ ਵਿੱਚ, ਇਹ ਹੁਣ ਹੀ ਮੌਕਾ ਆਪਾਂ ਨੂੰ, ਕਿਸੇ ਹੋਰ ਨੂੰ ਨਹੀਂ ਕਹਿੰਦੇ। ਜਿਵੇਂ ਗੁਰਬਾਣੀ ਗੁਰੂ ਕਿਸੇ ਪਸ਼ੂ ਨੂੰ ਨਹੀਂ ਕਹਿੰਦੇ ਵੀ ਤੂੰ ਪਸ਼ੂ ਬਣ ਜਾ, ਜਾਨਵਰ ਨੂੰ ਨਹੀਂ ਕਹਿੰਦੇ ਜਾਨਵਰ ਬਣ ਜਾ, ਕਿਉਂਕਿ ਉਹ ਤਾਂ ਹੈਗੀ ਕਰਮ ਜੂਨੀ, ਉਹ ਤਾਂ ਭੋਗ ਰਹੇ ਵਿਚਾਰੇ। ਸਿਰਫ ਇੱਕ ਮਾਨਸ ਹੀ ਇਹ ਸਾਨੂੰ ਕਹਿੰਦੇ ਵੀ ਬੰਦਿਆ ਤੂੰ ਬੰਦਾ ਬਣ ਜਾ। ਕਿਉਂਕਿ ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ, ਜਿਹੜਾ ਮਾਲਕ ਦੀ ਭਗਤੀ ਕਰਦਾ, ਉਹਦਾ ਸਿਮਰਨ ਕਰਦਾ, ਉਹ ਬੰਦਾ ਹੈ।
ਤੇ ਤਾਈਓ ਮਹਾਰਾਜ ਕਹਿੰਦੇ ਬੰਦੇ ਬੰਦਗੀ ਅਖਤਿਆਰ, ਵੀ ਬੰਦਿਆਂ ਤੋਂ ਬੰਦਗੀ ਅਖਤਿਆਰ। ਬੰਦਾ ਕੌਣ ਹੈ? ਜਿਹੜਾ ਇੱਕ ਦੀ ਬੰਦਗੀ ਕਰਦਾ, ਪਰਮੇਸ਼ਰ ਦੀ, ਵਾਹਿਗੁਰੂ ਦੀ। ਜਿਹਨੇ ਇੱਕ ਦੀ ਪਹਿਚਾਣ ਕਰ ਲਈ, ਜਿਹਨੇ ਹੁਕਮ ਨੂੰ ਬੁੱਝ ਲਈ, ਉਹਨੂੰ ਕਹਿੰਦੇ ਬੰਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਬੰਦਗੀ ਕਰੋ, ਤੁਸੀਂ ਬੰਦੇ ਬਣੋ। ਹੁਣ ਆਪਾਂ ਨੂੰ ਫਿਰ ਤਾਈਓ ਸਮਝਾਉਂਦੇ ਵੀ ਤੁਸੀਂ ਆਪਣੇ ਆਪੇ ਦੀ ਪਹਿਚਾਣ ਕਰੋ। ਵੀ ਹੁਣ ਬੰਦਗੀ ਜਿਹੜਾ ਕਰਦਾ ਉਹ ਤਾਂ ਬੰਦਾ, ਜਿਹੜੇ ਬੰਦਗੀ ਨਹੀਂ ਕਰਦੇ ਉਹ ਕੀ ਨੇ? ਫਿਰ ਕਹਿੰਦੇ ਤਾਂ ਆਪਾਂ ਉਹਨਾਂ ਨੂੰ ਵੀ ਬੰਦੇ ਹੀ ਆ, ਕਿਉਂਕਿ ਮਾਨਸ ਜਾਮਾ ਸਾਨੂੰ ਮਿਲੇ ਆ। ਹੁਣ ਮਹਾਰਾਜ ਕਹਿੰਦੇ ਮਾਨਸ ਜਾਮਾ ਤਾਂ ਮਿਲ ਗਏ, ਪਰ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਉਹਨਾਂ ਦੀਆਂ ਕਰਤੂਤਾਂ ਜਿਹੜੀਆਂ ਉਹ ਪਸ਼ੂਆਂ ਵਾਲੀਆਂ। ਸਤਿਗੁਰੂ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਦੇਖਣ ਨੂੰ ਤਾਂ ਮਾਨਸ ਨੇ, ਪਰ ਝਗੜੇ ਪਸ਼ੂਆਂ ਵਾਂਗੂ ਕਰਦੇ ਨੇ। ਜਿਵੇਂ ਪਸ਼ੂ ਲੜਦੇ ਆਪਸ ਵਿੱਚ, ਉਹ ਤਾਂ ਲੜਦੇ ਕਿਉਂਕਿ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ, ਉਹਨਾਂ ਨੂੰ ਇੰਨਾ ਗਿਆਨ ਨਹੀਂ ਹੈ। ਸਾਨੂੰ ਤਾਂ 84 ਲੱਖ ਜੂਨ ਤੋਂ ਉੱਤਮ ਇਹ ਮਾਨਸ ਦੇਹੀ ਦਿੱਤੀ, ਅਤੇ ਜੇ ਅਸੀਂ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਲੜਾਈਆਂ ਝਗੜੇ ਕੀਤੀ ਜਾਂਦੇ, ਜੇ ਅਸੀਂ ਵੀ ਵੈਰ ਵਿਰੋਧ ਕੀਤੀ ਜਾਂਦੇ, ਅਤੇ ਫਿਰ ਮਹਾਰਾਜ ਕਹਿੰਦੇ ਇਹ ਕਹਿੰਦੇ ਤਾਂ ਆਪਦੇ ਆਪ ਨੂੰ ਮਾਨਸ ਨੇ, ਪਰ ਇਹਨਾਂ ਦੇ ਕੰਮ ਨੇ ਜਿਹੜੇ, ਇਹਨਾਂ ਦੀਆਂ ਕਰਤੂਤਾਂ ਹੀ ਪਸ਼ੂਆਂ ਵਾਲੀਆਂ। ਹੁਣ ਜਿਹੜੇ ਜੀਵ ਸਤ ਸੰਗਤ ਨਹੀਂ ਕਰਦੇ, ਮਹਾਰਾਜ ਕਹਿੰਦੇ ਵੀ ਇਹ ਦੇਖਣ ਨੂੰ ਤਾਂ ਮਾਨਸ ਨੇ, ਪਰ ਹੈ ਇਹ ਪਸ਼ੂਆਂ ਵਰਗੇ ਨੇ। ਜਿਵੇਂ ਇੱਕ ਪਸ਼ੂ ਭਾਰ ਢੋਂਦਾ ਹੈ, ਸਾਰੀ ਉਮਰ ਉਹ ਭਾਰ ਹੀ ਢੋਂਦਾ ਰਹਿੰਦਾ, ਅਤੇ ਇਸੇ ਤਰ੍ਹਾਂ ਹੀ ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ, ਮਨਮੁਖ ਹੈ ਜਿਹੜਾ, ਉਹ ਸਾਰੀ ਉਮਰ ਭਾਰ ਹੀ ਢੋਂਦਾ ਰਹਿੰਦਾ ਦੂਜਿਆਂ 'ਚ। ਮਹਾਰਾਜ ਇਸ ਲਈ ਫਰਮਾਉਂਦੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ ਢੋਰ, ਜਿਨ ਕੀਤੀ ਤਿਸੇ ਨ ਜਾਣਨੀ ਬਿਨ ਨਾਮੇ ਸਭ ਚੋਰ। ਬਈ ਸਤ ਸੰਗਤ ਤੋਂ ਬਿਨਾਂ ਜੀਵ ਉਹ ਪਸ਼ੂਆਂ ਦੇ ਨਿਆਈ, ਪਸ਼ੂਆਂ ਵਰਗਾ ਹੈ। ਮਹਾਰਾਜ ਕਹਿੰਦੇ ਵੀ ਜਿਹਨੇ ਸਾਡੀ ਸਿਰਜਣਾ ਕੀਤੀ ਪਰਮਾਤਮਾ ਨੇ, ਜੇ ਅਸੀਂ ਸਿਰਜਣਹਾਰ ਦੀ ਪਹਿਚਾਣ ਨਹੀਂ ਕੀਤੀ, ਜੇ ਅਸੀਂ ਹੁਕਮ ਨੂੰ ਨਹੀਂ ਬੁੱਝਿਆ, ਫਿਰ ਕਹਿੰਦੇ ਵੀ ਬੜੇ ਚਿਰਾਂ ਬਾਅਦ ਇਹਨਾਂ ਨੂੰ ਮਾਨਸ ਦੇਹੀ ਤਾਂ ਮਿਲੀ ਹੈ, ਪਰ ਇਹ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਇਹ ਪਸ਼ੂਆਂ ਅਤੇ ਪ੍ਰੇਤਾਂ ਤੋਂ ਵੀ ਭੈੜੇ ਨੇ। ਮਹਾਰਾਜ ਫਰਮਾਉਂਦੇ ਚਰਨ ਕਾਲ ਭਾਈ ਦੁਰਲੰਭ ਦੇ, ਨਾਮ ਬਿਹੂਣੀ ਹੋਈ ਖੇ। ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨਾ ਬੂਝੇ ਜੈਨੇ ਹੋ ਸਿਰੀ। ਬਈ ਬੇਸ਼ੱਕ ਦੇਖਣ ਨੂੰ ਤਾਂ ਮਾਨਸ ਨੇ, ਪਰ ਹੈ ਸਤਿਗੁਰੂ ਕਹਿੰਦੇ ਪਸ਼ੂ ਤੇ ਪ੍ਰੇਤਾਂ ਵਰਗੇ ਨੇ, ਉਹਨਾਂ ਤੋਂ ਵੀ ਭੈੜੇ ਨੇ। ਸੋ ਇਸ ਵਾਸਤੇ ਫਿਰ ਸਮਝਾਉਂਦੇ ਵੀ ਬੰਦਾ ਤਾਂ ਉਹ ਹੈ ਜਿਹੜਾ ਬੰਦਗੀ ਕਰਦਾ, ਜਿਹੜੇ ਬੰਦਗੀ ਕਰਦੇ ਹੀ ਨਹੀਂ ਉਹਨਾਂ ਨੂੰ ਤਾਂ ਫਿਰ ਗੁਰਬਾਣੀ ਗੁਰੂ ਵਿੱਚ ਪਸ਼ੂ ਪ੍ਰੇਤ ਮੁਗਧ ਮੂਰਖ ਅੰਧ ਗਿਆਨੀ ਪੱਥਰ ਕਹਿ ਦਿੱਤਾ ਵੀ ਇਹਨਾਂ ਵਰਗੇ ਨੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਬੰਦੇ ਤਾਂ ਆਵਾਂ ਜੇ ਅਸੀਂ ਬੰਦਗੀ ਕਰਾਂਗੇ, ਅਤੇ ਤਾਈਓ ਕਹਿੰਦੇ ਵੀ ਬੰਦੇ ਬਣੋ, ਬੰਦਗੀ ਕਰ। ਇਸੇ ਲਈ ਫਿਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ। ਵੀ ਜੇ ਅਸੀਂ ਮਾਨਸ ਹਾਂ ਅਤੇ ਫਿਰ ਤੁਸੀਂ ਆਪਣੇ ਆਪੇ ਦੀ ਪਹਿਚਾਣ ਕਰੋ, ਇੱਕ ਦੀ ਪਹਿਚਾਣ ਕਰੋ, ਪਰਮਾਤਮਾ ਦੀ। ਹੁਣ ਤਾਈਓ ਫਿਰ ਸਾਨੂੰ ਕਹਿੰਦੇ ਵੀ ਜਿਹੜਾ ਵਕਤ ਦੀ ਵਿਚਾਰ ਕਰਤ, ਅਸਲ ਦੇ ਵਿੱਚ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਹੁਣ ਅਸੀਂ ਇਹ ਵਕਤ ਨੂੰ ਵਿਚਾਰਨਾ ਵੀ ਇਹ ਸਾਨੂੰ ਜਿਹੜਾ ਸਮਾਂ ਮਿਲਿਆ, ਇਹ ਸਮਾਂ ਬੜਾ ਕੀਮਤੀ ਹੈ, ਬੜਾ ਵਡਮੁੱਲਾ ਹੈ, ਵੀ ਇਹ ਸਮਾਂ ਸਾਨੂੰ ਵਾਰ-ਵਾਰ ਨਹੀਂ ਮਿਲਦਾ। ਹੁਣ ਅਸੀਂ ਪਰਮਾਤਮਾ ਦੇ ਗੁਣ ਗਾ ਸਕਦੇ, ਹੁਣ ਅਸੀਂ ਭਗਤੀ ਕਰ ਸਕਦੇ। ਜੇ ਸਾਡਾ ਸਮਾਂ ਖਤਮ ਹੋ ਗਿਆ, ਸਮਾਂ ਲੰਘ ਗਿਆ, ਅਤੇ ਫਿਰ ਸਾਨੂੰ ਪਤਾ ਨਹੀਂ ਦੁਬਾਰਾ ਇਹ ਸਮਾਂ ਮਿਲੇ ਕਿ ਜਾਂ ਨਾ ਮਿਲੇ। ਇਸ ਲਈ ਸਾਨੂੰ ਕਹਿੰਦੇ ਵੀ ਇਹ ਵਕਤ ਨੂੰ ਸੰਭਾਲੋ। ਇਹ ਜਿਹੜੇ ਸਵਾਸ ਨੇ ਇਹਨਾਂ ਨੂੰ ਮਾਣਕ ਮੋਤੀ ਹੀਰੇ ਜਵਾਹਰਾਤ ਆਖੇ।
इस लोक 'ਚ ਇਹਨਾਂ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਆਪਾਂ ਸਾਰੇ ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈਏ ਅਤੇ ਆਖੀਏ ਵੀ ਇੱਕ ਸਵਾਸ ਦੇ ਦਿਓ, ਇਹਦੇ ਬਦਲੇ ਇੱਕ ਸਵਾਸ ਨਹੀਂ ਮਿਲਦਾ, ਕਿਉਂਕਿ ਇਹ ਅਮੁੱਲ ਹੈ ਜਿਹਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਹੁਣ ਇਹਦੀ ਸੋਝੀ ਸਾਨੂੰ ਉਦੋਂ ਆਉਂਦੀ ਜਦੋਂ ਅਸੀਂ ਗੁਰੂ ਦੀ ਸਿੱਖਿਆ ਲੈਂਦੇ। ਮਹਾਰਾਜ ਫਰਮਾਉਂਦੇ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਤਾਂ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ ਤਾਂ ਫਿਰ ਪਤਾ ਲੱਗਦਾ ਵੀ ਇੰਨਾ ਕੀਮਤੀ ਸਾਨੂੰ ਧਨ ਦਿੱਤਾ ਮਾਲਕ ਨੇ, ਵੀ ਜਿਹਨੂੰ ਅਸੀਂ ਪਹਿਲਾਂ ਕੌਡੀਆਂ ਦੇ ਭਾਈ ਖਰਚ ਕੀਤੀ ਜਾਂਦੀ, ਵੀ ਇਹਨਾਂ ਸਵਾਸਾਂ ਨੂੰ ਅਸੀਂ ਵਿਅਰਥ ਨਾ ਖਰਾਬ ਕਰੀਏ, ਇਹਨਾਂ ਨੂੰ ਅਸੀਂ ਸੰਭਾਲੀਏ। ਜੋ ਮਹਾਰਾਜ ਫਰਮਾਉਂਦੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਹੁਣ ਇਹਨਾਂ ਦਮਾਂ ਨੂੰ ਅਸੀਂ ਸੰਭਾਲਣਾ। ਮਾਲਕ ਸਾਹਮਣੇ ਸਾਨੂੰ ਸਵਾਸ ਦੇ ਰਹੇ, ਹੁਣ ਅਸੀਂ ਇਹਨਾਂ ਸਵਾਸਾਂ ਦੁਆਰਾ ਜਦੋਂ ਸਿਮਰਨ ਕਰਦੇ ਹਾਂ, ਫਿਰ ਅਸੀਂ ਇਹ ਨਿਰਗੁਣ ਦੇ ਖਜ਼ਾਨੇ ਵਿੱਚ ਇਹ ਸਵਾਸ ਨੂੰ ਜਮ੍ਹਾਂ ਕਰਾ ਦਿੰਦੇ ਵੀ ਅਸੀਂ ਨਹੀਂ ਵਰਤੇ, ਅਸੀਂ ਨਹੀਂ ਕੋਈ ਸੰਸਾਰ ਦਾ ਫੁਰਨਾ ਲਿਆ, ਉਹ ਸਾਡਾ ਸਵਾਸ ਇੱਥੇ ਜਮ੍ਹਾਂ ਹੋ ਗਿਆ। ਹੁਣ ਜਦੋਂ ਅਸੀਂ ਵੱਧ ਤੋਂ ਵੱਧ ਇੱਥੇ ਧਨ ਇਸ ਤਰ੍ਹਾਂ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਵਾਂਗੇ, ਇਹਨਾਂ ਦਮਾਂ ਨੂੰ ਸੰਭਾਲਾਂਗੇ, ਫਿਰ ਮਾਲਕ ਸਾਡੇ ਅੰਦਰ ਬੈਠ ਕੇ ਇਹਨਾਂ ਦਮਾਂ ਨੂੰ ਤੋਲਦੇ, ਸਵਾਸਾਂ ਨੂੰ, ਵੀ ਕਿਹੜੇ ਗੁਰਮੁਖ ਨੇ ਕਿੰਨੇ ਕਿੰਨੇ ਸਵਾਸ, ਕਿੰਨਾ ਕਿੰਨਾ ਧਨ ਜਮ੍ਹਾਂ ਕਰਾਏ। ਮਹਾਰਾਜ ਫਰਮਾਉਂਦੇ, ਇਸ ਕਾਇਆ ਅੰਦਰ ਤੋਲਤ ਲਾਵੇ, ਆਪੇ ਤੋਲਣ ਹਾਰਾ, ਵੀ ਮਾਲਕ ਬੈਠ ਕੇ ਤੋਲਦੇ। ਜੇ ਤਾਂ ਦੇਖਦੇ ਵੀ ਇੰਨਾ ਧਨ ਸਾਡਾ ਜਮ੍ਹਾਂ ਹੋ ਗਿਆ ਵੀ ਨਾਮ ਦੇ ਬਰਾਬਰ ਹੈ, ਫਿਰ ਤਾਂ ਸਾਨੂੰ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ। ਜਦੋਂ ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਏਗੀ, ਆਪਾਂ ਬੈਠਾਂਗੇ ਅਤੇ ਸਾਡੇ ਅੰਦਰ ਅਨਹਦ ਵਾਜੇ, ਅਨਹਦ ਧੁਨਾਂ ਵੱਜਣੀਆਂ ਸ਼ੁਰੂ ਹੋ ਜਾਣੀਆਂ। ਤੁਸੀਂ ਦੇਖੋਗੇ ਵੀ ਸਾਜ਼ ਕਿੱਥੇ ਵੱਜਦੇ, ਅਤੇ ਉਹ ਬਾਹਰੋਂ ਨਹੀਂ ਕਿਤੋਂ ਆਪਣੇ ਅੰਦਰ ਸਾਜ਼ ਵੱਜਣੇ ਸ਼ੁਰੂ ਹੋ ਜਾਣ। ਆਪਣੇ ਅੰਦਰ ਅਨਹਦ ਵਾਜੇ, ਅਨਹਦ ਧੁਨਾਂ ਵੱਜਣੀਆਂ ਸ਼ੁਰੂ ਹੋ ਜਾਣ, ਨਾਮ ਨਾਦ ਸਾਨੂੰ ਸੁਣਨਾ ਸ਼ੁਰੂ ਹੋ ਜਾਣ। ਜੇ ਹਜੇ ਦੇਖਦੇ ਵੀ ਇੰਨਾ ਧਨ ਨਹੀਂ ਜਮ੍ਹਾਂ ਹੋਇਆ ਵੀ ਨਾਮ ਦੇ ਬਰਾਬਰ ਹੈ, ਫਿਰ ਅਸੀਂ ਲਗਾਤਾਰ ਸਿਮਰਨ ਕੀਤੀ ਜਾਂਦੇ, ਸਤ ਸੰਗਤ ਕੀਤੀ ਜਾਂਦੇ, ਉਹ ਸਾਨੂੰ ਸਾਡੇ ਮਨ ਦੀ ਜਿਹੜੀ ਖੁਰਾਕ, ਉਹ ਸਾਨੂੰ ਥੋੜ੍ਹਾ ਥੋੜ੍ਹਾ ਅੰਮ੍ਰਿਤ ਰਸ ਦੇਣਾ ਸ਼ੁਰੂ ਕਰ ਦਿੰਦੀ। ਉਹ ਜਦੋਂ ਸਾਨੂੰ ਅੰਮ੍ਰਿਤ ਦੇਣਾ ਸ਼ੁਰੂ ਕਰਦੇ, ਉਹਦੀ ਫਿਰ ਕੀ ਨਿਸ਼ਾਨੀ, ਆਪਣਾ ਮੁੱਖ ਹੈ ਜਿਹੜਾ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ। ਆਪਾਂ ਸਿਮਰਨ ਕਰਾਂਗੇ ਅਤੇ ਤੁਸੀਂ ਦੇਖੋਗੇ ਵੀ ਆਪਾਂ ਕੋਈ ਮਿੱਠੀ ਚੀਜ਼ ਵੀ ਨਹੀਂ ਖਾਧੀ, ਅਤੇ ਫਿਰ ਵੀ ਸਾਡਾ ਮੁੱਖ ਮਿੱਠਾ ਹੋਈ ਜਾ ਰਿਹਾ। ਉਹਨੂੰ ਕਹਿੰਦੇ ਅੰਮ੍ਰਿਤ ਰਸ, ਸਾਡੇ ਮਨ ਦੀ ਖੁਰਾਕ। ਜਦੋਂ ਸਾਡਾ ਮੁੱਖ ਮਿੱਠਾ ਹੋਣ ਲੱਗ ਗਿਆ, ਉਦੋਂ ਸਾਨੂੰ ਕਹਿੰਦੇ ਵਡਭਾਗੀ ਨੇ, ਵੱਡੇ ਭਾਗਾਂ ਵਾਲੇ ਬਣ ਕੇ, ਬਈ ਇਹਨਾਂ ਨੇ ਸਿਮਰਨ ਕੀਤਾ ਅਤੇ ਮਾਲਕ ਨੇ ਖੁਸ਼ ਹੋ ਕੇ ਇਹਨਾਂ ਦਾ ਮੁੱਖ ਮਿੱਠਾ ਕੀਤਾ, ਅਤੇ ਇਹਨਾਂ ਦਾ ਕਾਰਜ ਸੀ ਜਿਹੜਾ ਉਹ ਆਰੰਭ ਹੋ ਗਿਆ। ਜਿਹੜਾ ਅਸੀਂ ਭਗਤੀ ਦੇ ਮਾਰਗ 'ਤੇ ਚੱਲਣਾ, ਇਹ ਮਾਲਕ ਫਿਰ ਆਰੰਭਤਾ ਦੇ ਵਿੱਚ ਸਾਡਾ ਮੁੱਖ ਮਿੱਠਾ ਕਰਦੇ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਨਾ, ਵੀ ਕੋਈ ਅਸੀਂ ਕਾਰਜ ਕਰਦੇ ਹਾਂ, ਆਪਾਂ ਕਹਿੰਦੇ ਵੀ ਬੜਾ ਖੁਸ਼ੀ ਦਾ, ਬੜਾ ਵੱਡਾ ਕਾਰਜ ਆਰੰਭਿਆ, ਵੀ ਸਾਰਿਆਂ ਦਾ ਮੂੰਹ ਮਿੱਠਾ ਕਰਾਓ। ਹੁਣ ਉਹ ਅਸੀਂ ਸੰਸਾਰੀ ਪਦਾਰਥ ਦੇ ਨਾਲ ਮੂੰਹ ਮਿੱਠਾ ਕਰਾਉਂਦੇ ਹਾਂ, ਅਤੇ ਮਾਲਕ ਸਾਡਾ ਮੁੱਖ ਮਿੱਠਾ ਕਰਦੇ ਅੰਮ੍ਰਿਤ ਦੇ ਨਾਲ। ਮਹਾਰਾਜ ਇਸ ਪਰਥਾਏ ਫਰਮਾਉਂਦੇ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾ ਪਹਿਲੀ ਆਰੰਭ ਕਾਜ ਰਚਾਇਆ। ਬਈ ਸਾਡਾ ਕਾਰਜ ਆਰੰਭ ਹੋ ਗਿਆ ਅਤੇ ਅਸੀਂ ਇਸ ਮਾਰਗ ਦੇ ਉੱਤੇ ਚੱਲ ਪਏ। ਫਿਰ ਕਹਿੰਦੇ ਵੀ ਵਡਭਾਗੀ ਨੇ, ਬਈ ਇਹ ਵੱਡੇ ਭਾਗਾਂ ਵਾਲੇ ਨੇ, ਕਿਉਂਕਿ ਇਹਨਾਂ ਨੇ ਸੰਤ ਮਾਰਗ ਸੀ ਜਿਹੜਾ ਉਹ ਅਖਤਿਆਰ ਕੀਤਾ। ਤਾਈਓ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਆਓ ਹੁਣ ਅਸੀਂ ਕਿਵੇਂ ਸੰਤ ਮਾਰਗ ਦੇ ਉੱਤੇ ਚੱਲਣਾ, ਇਹਦੇ 'ਤੇ ਚੱਲਣ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਇਹ ਆਪਾਂ ਬਹਿੰਦੇ ਉੱਠਦੇ ਕੰਮ ਕਾਰ ਕਰਦੇ ਵੱਧ ਤੋਂ ਵੱਧ ਸਿਮਰਨ ਕਰਨਾ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ। ਵੀ ਉੱਠਦੇ ਬਹਿੰਦੇ ਕੰਮ ਕਾਰ ਕਰਦੇ ਇਹ ਸਿਮਰਨ ਕਰਦੇ ਰਹੋ ਤਾਂ ਕਿ ਸਾਡੇ ਹਿਰਦੇ ਵਿੱਚ ਵਸ ਜਾਵੇ। ਇਹ ਸਿਮਰਨ ਕਰਕੇ ਫਿਰ ਅਸੀਂ ਅੰਤਰਮੁਖੀ ਹੋ ਕੇ ਉਹ ਨਾਮ ਜੋ ਅਨਹਦ ਸ਼ਬਦ ਹੈ, ਸ਼ਬਦ ਗੁਰੂ, ਫਿਰ ਅਸੀਂ ਉਹ ਸ਼ਬਦ ਗੁਰੂ ਦੀ ਸੇਵਾ ਕਰਨੀ ਹੁੰਦੀ। ਹੁਣ ਇਹੋ ਫਿਰ ਮਹਾਰਾਜ ਸਮਝਾਉਂਦੇ ਵੀ ਜਿਹੜੇ ਜੀਵ ਨਹੀਂ ਸਿਮਰਨ ਕਰਦੇ, ਜਿਹੜੇ ਨਹੀਂ ਸਤ ਸੰਗਤ ਕਰਦੇ, ਜਿਨ੍ਹਾਂ ਦੇ ਹਿਰਦੇ ਵਿੱਚ ਨਹੀਂ ਰਾਮ, ਨਹੀਂ ਵਾਹਿਗੁਰੂ ਵਸਿਆ, ਜਿਨ੍ਹਾਂ ਨੇ ਨਹੀਂ ਸ਼ਬਦ ਗੁਰੂ ਦੀ ਸੇਵਾ ਕੀਤੀ, ਵੀ ਉਹਨਾਂ ਨੇ ਸੰਸਾਰ 'ਚ ਆ ਕੇ ਖੱਟਿਆ ਕੀ, ਵੀ ਉਹਨਾਂ ਨੇ ਤਾਂ ਫਿਰ ਆਪਦਾ ਜੀਵਨ ਸਾਰਾ ਵਿਅਰਥ ਹੀ ਖਰਾਬ ਕਰ ਲਿਆ। ਇਸ ਲਈ ਮਹਾਰਾਜ ਫਰਮਾਉਂਦੇ, ਅੰਧਲੇ ਕਿਆ ਪਾਇਆ ਜਗ ਆਏ, ਰਾਮ ਹਿਰਦੇ ਨਹੀਂ ਗੁਰ ਕੀ ਸੇਵਾ, ਚਾਲੇ ਜਨਮ ਗਵਾਈ। ਬਈ ਫਿਰ ਤਾਂ ਤੂੰ ਆਪਦਾ ਮੂਲ ਹੀ ਗਵਾ ਕੇ ਚੱਲਿਆ, ਸਾਰਾ ਤੂੰ ਆਪਦਾ ਜਨਮ ਸੀ ਜਿਹੜਾ ਵਿਅਰਥ ਹੀ ਖਰਾਬ ਕਰ ਲਿਆ। ਚਾਲੇ ਮੂਲ ਗਵਾਈ, ਵੀ ਜਿਹੜਾ ਤੈਨੂੰ ਮੂਲ ਰੂਪੀ ਧਨ ਦਿੱਤਾ ਸੀ ਉਹ ਵੀ ਤੂੰ ਸਾਰਾ ਵਿਅਰਥ ਖਰਾਬ ਕਰ ਲਿਆ, ਇੱਧਰ ਦੌੜਦਾ ਵੈਰ ਵਿਰੋਧ 'ਚ ਪੈ ਕੇ। ਇਸ ਵਾਸਤੇ ਹੁਣ ਆਪਾਂ ਇਹ ਵੱਧ ਤੋਂ ਵੱਧ
ਸਵਾਸਾਂ ਦੇ ਧਨ ਨੂੰ ਸੰਭਾਲਣਾ, ਸਿਮਰਨ ਅਭਿਆਸ ਕਰਕੇ ਵੱਧ ਤੋਂ ਵੱਧ ਗੁਰਬਾਣੀ ਗੁਰੂ ਨੂੰ ਪੜ੍ਹਨਾ, ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ ਹੈ। ਜਦੋਂ ਅਸੀਂ ਵਿਚਾਰ ਕੇ ਖੋਜਾਂਗੇ ਤਾਂ ਸਾਡਾ ਮਨ ਧੋਤਾ ਜਾਏਗਾ। ਸਾਡੇ ਮਨ 'ਤੇ ਜਿਹੜੀ ਦੁਰਮਤ ਦੀ ਮੈਲ ਲੱਗੀ, ਉਹ ਮੈਲ ਸਾਰੀ ਉਤਰ ਜੇਗੀ। ਅਤੇ ਵੱਧ ਤੋਂ ਵੱਧ ਅਸੀਂ ਸਤਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਪਾਉਣ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਇਹ ਗਿਆਨ ਨੂੰ ਕਮਾ ਕੇ ਆਪਾਂ ਵੀ ਆਪਦੇ ਜੀਵਨ ਦਾ ਲਾਹਾ ਖੱਟ ਕੇ ਇੱਥੋਂ ਖੁਸ਼ੀ ਖੁਸ਼ੀ ਆਪਦੇ ਘਰ, ਆਪਦੇ ਦੇਸ਼ ਵਾਪਸ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।